आनंद सुख बिसराम नित हर का कीर्तन गाए। इस प्रोग्राम ਦੇ ਰਾਹੀਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਪ ਸਭ ਜੀ ਨੂੰ ਅਸੀਂ ਗੁਰੂ ਘਰ ਦੇ ਨਾਲ ਕੀਰਤਨ ਦੇ ਨਾਲ ਜੋੜੀਏ ਤੇ ਪੰਥ ਦੇ ਨੌਜਵਾਨ ਕੀਰਤਨੀਆਂ ਵਿੱਚੋਂ ਬਿਹਤਰੀਨ ਕੀਰਤਨ ਰਤਨ ਨੂੰ ਤਲਾਸ਼ ਕੇ ਆਪ ਸਭ ਜੀ ਦੇ ਸਾਹਮਣੇ ਲੈ ਕੇ ਆਈਏ। ਮੈਨੀ ਮਿਸਿੰਗ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਆਪ ਸਭ ਜੀ ਦਾ ਨਿੱਘਾ ਸਵਾਗਤ ਕਰਦੀ ਹਾਂ। आओ फिर मिल के फतेह दी सांझ बुलाने आ जी। वाहिगुरु जी का खालसा वाहिगुरु जी की फतेह। ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਸੈਮੀਫਾਈਨਲ ਐਪੀਸੋਡ ਦਾ ਰਿਜ਼ਲਟ ਐਪੀਸੋਡ। ਸੈਮੀਫਾਈਨਲ ਰਾਊਂਡਸ ਦੇ ਵਿੱਚ ਤੁਸੀਂ ਆਨੰਦ ਮਾਣਿਆ ਸਾਡੀ ਭੈਣਾਂ ਵਿਚਕਾਰ ਹੋਏ ਮੁਕਾਬਲੇ ਦਾ। ਉਹਦੇ ਬਾਅਦ ਮੁਕਾਬਲਾ ਹੋਇਆ ਸਾਡੇ ਸਿੰਘ ਵੀਰਾਂ ਵਿਚਕਾਰ। ਸਾਡੀ ਕੰਟੈਸਟੈਂਟਸ ਸਾਡੇ ਸਿੰਘ ਵੀਰਾਂ ਨੇ ਇੱਥੇ ਵਾਰੋ-ਵਾਰੀ ਆ ਕੇ ਪਰਫਾਰਮ ਕੀਤਾ। ਆਪ ਸਭ ਜੀ ਨੇ ਆਨੰਦ ਮਾਣਿਆ ਉਹਨਾਂ ਦੇ ਸ਼ਬਦ ਗਾਇਨ ਦਾ। ਲੇਕਿਨ ਇਸ ਮੁਕਾਬਲੇ ਨੂੰ ਵੀ ਅੱਗੇ ਤੋੜਨਾ ਤੇ ਰੀਤ ਦੇ ਮੁਤਾਬਿਕ ਅੱਜ ਇਸ ਮੁਕਾਬਲੇ ਵਿੱਚੋਂ ਸਾਡੇ 2 ਕੰਟੈਸਟੈਂਟ ਬਾਹਰ ਹੋ ਜਾਣਗੇ। ਇਹਨਾਂ ਦੀ ਪਰਫਾਰਮੈਂਸ ਦੇ ਬੇਸਿਸ ਤੇ ਸਾਡੇ ਜੱਜਸ ਨੇ ਆਪਣਾ ਰਿਜ਼ਲਟ ਤਿਆਰ ਕਰ ਲਿੱਤਾ ਹੈ ਤੇ ਰਿਜ਼ਲਟ ਨੂੰ ਜਾਣਨ ਤੋਂ ਪਹਿਲਾਂ ਇੱਕ ਵਾਰ ਆਓ ਸਾਡੇ ਮਾਨਯੋਗ ਜੱਜਸ ਦੇ ਨਾਲ ਤੁਹਾਡੀ ਫਿਰ ਤੋਂ ਮੁਲਾਕਾਤ ਕਰਵਾ ਦਿੰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਸਾਹਮਣੇ ਬੈਠੇ ਨੇ ਮਾਨਯੋਗ ਜੱਜਸ ਵਿੱਚੋਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ। ਉਹਨਾਂ ਦੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਬੈਠੇ ਨੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ। ਤੇ ਆਓ ਫਿਰ ਅੱਜ ਦੇ ਰਿਜ਼ਲਟ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਸਾਡੀ ਭੈਣਾਂ ਨਾਲੋਂ। ਸਭ ਤੋਂ ਪਹਿਲਾਂ ਸੱਦਾ ਦੇਣਾ ਚਾਹਾਂਗੀ ਪ੍ਰਭਜੋਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਜ਼ਲਟ ਐਪੀਸੋਡ ਦੇ ਵਿੱਚ ਪਰਫਾਰਮੈਂਸ ਤਾਂ ਨਹੀਂ ਹੁੰਦੀ ਲੇਕਿਨ ਨਰਵਸਨੈਸ ਬਹੁਤ ਰਹਿੰਦੀ ਹੋਏਗੀ ਹੈ ਨਾ। ਹਾਂਜੀ ਤੇ ਅੱਜ ਸ਼ਬਦ ਗਾਇਨ ਨਹੀਂ ਕਰਨਾ ਹੈ। ਰਿਜ਼ਲਟ ਪਤਾ ਚੱਲੇ ਇਸ ਤੋਂ ਪਹਿਲਾਂ ਆਓ ਵੇਖਦੇ ਹਾਂ ਤੁਸੀਂ ਕਿਸ ਤਰ੍ਹਾਂ ਪਰਫਾਰਮ ਕੀਤਾ। ਸਾਹਮਣੇ ਵੇਖੋ ਜੀ। मेरे राम राए तू संता का संत तेरे संता का संत तेरे मेरे राम राए तू संता का संत तेरे तेरे सेवक को पौ किछ नाही तेरे सेवक को पौ किछ नाही जम नहीं आवे मेरे मेरे राम राए तू संता का संत तेरे पया दीवाना शाह का नानक बोराना हो हर बिन अवर न जाना हो हर बिन अवर न जाना पया ਤੇ ਐਸੀ ਕੀ ਤੁਹਾਡੀ ਪਰਫਾਰਮੈਂਸ ਕਿਸ ਤਰ੍ਹਾਂ ਲੱਗੀ ਤੁਹਾਨੂੰ? ਆਪਣੀ ਪਰਫਾਰਮੈਂਸ ਠੀਕ ਨਹੀਂ ਸੀ। ਠੀਕ ਨਹੀਂ ਸੀਗੀ ਕਿਉਂ? ਕਿੱਥੇ ਗਲਤੀ ਹੋਈ ਤੁਹਾਡੇ ਕੋਲੋਂ? ਕੀ ਲੱਗਦਾ ਹੈ? ਜਦੋਂ ਮੈਂ ਆਲਾਪ ਲਿਆ ਤੇ ਆਲਾਪ ਵਿੱਚ ਥੋੜ੍ਹਾ ਜਿਹਾ ਬੇਸੁਰੀ ਹੋ ਗਈ ਸੀ ਆਵਾਜ਼। ਆਲਾਪ ਵਿੱਚ ਬੇਸੁਰਾ ਹੋ ਗਿਆ ਸੀ। ਜੱਜਸ ਕੋਲੋਂ ਪੁੱਛੀਏ ਜੱਜਸ ਨੂੰ ਕਿੱਦਾਂ ਲੱਗਿਆ? ਮੈਂ ਪੁੱਛਣਾ ਚਾਹਾਂਗੀ ਪ੍ਰਭਜੋਤ ਕੌਰ ਜੀ ਦੇ ਬਾਰੇ। ਪ੍ਰਭਜੋਤ ਤੁਸੀਂ ਬੜੇ ਇਮਾਨਦਾਰ ਹੋ। ਇਹ ਠੀਕ ਹੈ ਕਿ ਤੁਸੀਂ ਜਿਹੜੀ ਗੱਲ ਅਸੀਂ ਕਹਿਣੀ ਸੀ ਤੁਸੀਂ ਖੁਦ ਹੀ ਆਖ ਦਿੱਤੀ ਹੈ, ਪਰ ਫਿਰ ਵੀ ਤੁਹਾਡੀ ਪਰਫਾਰਮੈਂਸ ਬਿਹਤਰ ਸੀ। ਇੰਨੀ ਵੀ ਖਰਾਬ ਨਹੀਂ ਸੀ ਅਤੇ ਇਸ ਨੂੰ ਬਿਹਤਰ ਕਰਨ ਲਈ ਤੁਹਾਡੇ ਕੋਲ ਅਜੇ ਹੋਰ ਮੌਕਾ ਹੈ। ਹਾਂਜੀ ਠੀਕ ਹੈ ਜੀ, ਬਿਹਤਰ ਕਰ ਸਕਦੇ ਹੋ। ਹਮੇਸ਼ਾ ਤੁਸੀਂ ਜੋ ਪਰਫਾਰਮ ਕਰਕੇ ਜਾਂਦੇ ਹੋ ਉਸ ਤੋਂ ਚੰਗਾ ਕਰ ਸਕਦੇ ਹੋ ਜੇ ਹੋਰ ਮਿਹਨਤ ਕਰਦੇ ਜਾਓ। ਆਲ ਦ ਬੈਸਟ ਟੂ ਯੂ ਜੀ। ਵੇਖਦੇ ਹਾਂ ਰਿਜ਼ਲਟ ਕੀ ਹੁੰਦਾ ਹੈ। ਪ੍ਰਭਜੋਤ ਕੌਰ ਜੀ ਤੋਂ ਬਾਅਦ ਇੱਥੇ ਸਾਡੀ ਅਗਲੀ ਕੰਟੈਸਟੈਂਟ ਆਏ ਜਸਲੀਨ ਕੌਰ ਜੀ। ਇੱਕ ਵਾਰ ਫਿਰ ਤੋਂ ਉਹਨਾਂ ਨੂੰ ਸੱਦਾ ਦੇਣਾ ਚਾਹਾਂਗੀ। ਜਸਲੀਨ ਕੌਰ ਜੀ ਇੱਥੇ ਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਵੀ ਪਰਫਾਰਮੈਂਸ ਵੇਖੀਏ। ਹਾਂਜੀ ਸਾਹਮਣੇ ਵੇਖੋ। मैं बंजारन राम की मैं बंजारन
ਤੇ ਜਸਲੀਨ ਕੌਰ ਜੀ, ਇਹ ਸੀਗੀ ਤੁਹਾਡੀ ਪਰਫਾਰਮੈਂਸ ਜੋ ਤੁਸੀਂ ਸੈਮੀਫਾਈਨਲ ਦੇ ਐਪੀਸੋਡ ਵਿੱਚ ਤੁਸੀਂ ਗਾਇਆ। ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਸ ਐਪੀਸੋਡ ਦੀ ਆਪਣੀ ਪਰਫਾਰਮੈਂਸ? ਕਿਸ ਤਰ੍ਹਾਂ ਲੱਗੀ? इस बार मैं सैटिस्फाइड नहीं हाँ, क्योंकि जजिस ने जिवें दस्सिया कि गुरमत शैली तो थोड़ी परे सी ते जिवें गुरमत संगीत दे विच होनी चाहिदी सी उस तरह नहीं सी, ते थोड़ी जिन्नी सुरां दे विच भी हेर फेर हो गई सी, ते इस करके बाकी जिवें जजिस ਕੋਲੋਂ ਪੁੱਛਦੇ ਹਾਂ ਸੁਰਾਂ ਵਿੱਚ ਕਿੱਥੇ ਕਿੱਥੇ ਹੇਰਫੇਰ ਹੋਈ। ਸੋਢੀ ਸਾਹਿਬ, ਇਹਨਾਂ ਨੇ ਕਿਹਾ ਜਿੱਦਾਂ ਕਿ ਜਸਲੀਨ ਕੌਰ ਜੀ, ਤੁਹਾਡੀ ਆਵਾਜ਼ ਬਹੁਤ ਅੱਛੀ ਹੈ, ਸਤਿਗੁਰਾਂ ਦੀ ਬਹੁਤ ਕਿਰਪਾ ਹੈ, ਬੜਾ ਰਸ ਹੈ, ਪਰ ਜਦੋਂ ਰੱਤੀ ਜਿੰਨੀ ਵੀ ਸੁਰ ਫਿੱਕੀ ਲੱਗਦੀ ਫਿਰ ਮਹਿਸੂਸ ਹੋਣ ਲੱਗ ਪੈਂਦੀ ਹੈ। ਅਲਾਪ ਵਿੱਚ ਪਹਿਲਾਂ ਥੋੜ੍ਹਾ ਸੁਰ ਫਿੱਕਾ ਲੱਗਾ ਪਹਿਲੇ ਸ਼ਬਦ ਵਿੱਚ, ਅੰਤਰੇ ਵਿੱਚ 2 ਵਾਰ ਸੁਰ ਫਿੱਕੇ ਲੱਗੇ। ਦੂਸਰਾ ਸ਼ਬਦ ਤੁਸੀਂ ਬਹੁਤ ਅੱਛਾ ਪੜ੍ਹਿਆ। ਦੂਸਰਾ ਸ਼ਬਦ ਠੀਕ ਸੀਗਾ? हाँ जी, ਚਲੋ ਵਧੀਆ, ਦੇਖਦੇ ਹਾਂ ਰਿਜ਼ਲਟ ਕੀ ਹੁੰਦਾ ਹੈ। ਆਲ ਦ ਬੈਸਟ ਟੂ ਯੂ ਜੀ। थैंक यू। ਜਸਲੀਨ ਕੌਰ ਜੀ ਤੋਂ ਬਾਅਦ ਵਾਰੀ ਆਈ ਸਾਡੀ ਅਗਲੀ ਕੰਟੈਸਟੈਂਟ ਪੁਨੀਤ ਕੌਰ ਜੀ ਦੀ। ਪੁਨੀਤ ਕੌਰ ਜੀ ਨੂੰ ਇੱਕ ਵਾਰ ਫਿਰ ਇੱਥੇ ਬੁਲਾਉਂਦੇ ਹਾਂ। ਪੁਨੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਜ਼ਲਟ ਦੇ ਵਿੱਚ ਤੁਹਾਨੂੰ ਪਤਾ ਹੈ ਅਸੀਂ ਕੀ ਕਰਨੇ ਆ। हाँ जी, ਰਿਜ਼ਲਟ ਜਾਣਨ ਤੋਂ ਪਹਿਲਾਂ ਕੀ ਕਰਨੇ ਆ ਅਸੀਂ? परफॉर्मेंस देखते हैं। परफॉर्मेंस ਵੇਖਦੇ ਹਾਂ। ਵੇਖੀਏ ਤੁਹਾਡੀ ਪਰਫਾਰਮੈਂਸ। हाँ जी, ਸਾਹਮਣੇ ਵੇਖੋ ਜੀ। कैसी आरती होए, पग खंडना तेरी आरती, अनहता शब्द वजंत पेरी, कैसी आरती होए, कैसी आरती होए। बाबुला मेरे बाबुला, ब्याह हुआ मेरे बाबुला, ब्याह हुआ मेरे बाबुला, गुरमुखे हर पाया। बाबुला मेरे बाबुला, बाबुला मेरे बाबुला। ਐਸੀ ਕਿ ਤੁਹਾਡੀ ਪਰਫਾਰਮੈਂਸ ਕਿਸ ਤਰ੍ਹਾਂ ਲੱਗੀ ਤੁਹਾਨੂੰ? ठीक सी। ਠੀਕ ਸੀ? हाँ जी, ਦੋਵੇਂ ਰਾਉਂਡਸ ਦੇ ਵਿੱਚ? हाँ जी, ਜੱਜ ਸਾਹਿਬਾਨ ਕੋਲੋਂ ਪੁੱਛਦੇ ਹਾਂ ਕਿਉਂਕਿ ਮਾਰਕਿੰਗ ਤੇ ਉਹਨਾਂ ਨੇ ਕੀਤੀ ਹੈ। ਮੈਂ ਪੁੱਛਣਾ ਚਾਹਾਂਗੀ ਸਿੰਘ ਸਾਹਿਬ ਗਿਆਨੀ ਜੀ ਕੋਲੋਂ, ਗਿਆਨੀ ਤਰਲੋਚਨ ਸਿੰਘ ਜੀ ਕੋਲੋਂ। ਇਹਨਾਂ ਨੂੰ ਤੇ ਆਪਣੀ ਪਰਫਾਰਮੈਂਸ ਠੀਕ ਲੱਗੀ, ਪਰ ਤੁਹਾਨੂੰ ਕਿਸ ਤਰ੍ਹਾਂ ਲੱਗੀ? ਪੁਨੀਤ ਕੌਰ ਜੀ ਨੇ 2 ਸ਼ਬਦਾਂ ਦਾ ਗਾਇਨ ਕੀਤਾ ਐਪੀਸੋਡ ਵਿੱਚ। ਪਹਿਲਾ ਸ਼ਬਦ ਇਹਨਾਂ ਨੇ ਕੈਸੀ ਆਰਤੀ ਹੋਏ ਪੜ੍ਹਿਆ, ਨਿਰਧਾਰਤ ਰਾਗ ਵਿੱਚ ਪੜ੍ਹਿਆ। ਦੂਸਰਾ ਸ਼ਬਦ ਇਹਨਾਂ ਪੜ੍ਹਿਆ ਸੀ ਵਿਆਹ ਹੋਆ ਮੇਰੇ ਬਾਬਲਾ। ਸ਼ਬਦ ਬਿਲਕੁਲ ਠੀਕ ਪੜ੍ਹੇ ਨੇ, ਪਰ ਇਹਨਾਂ ਨੂੰ ਅਜੇ ਹੋਰ ਮਿਹਨਤ ਦੀ ਲੋੜ ਹੈ ਤਾਂ ਕਿ ਹੋਰ ਵਧੀਆ ਢੰਗ ਨਾਲ ਇਹ ਗਾ ਸਕਣ। ਅਜੇ ਕਾਫੀ ਮਿਹਨਤ ਦੀ ਲੋੜ ਹੈ। ਠੀਕ ਹੈ ਜੀ। हाँ जी, ਚੰਗਾ ਹੋਣਾ ਚਾਹੀਦਾ ਹੈ। ਕੰਪੀਟੀਸ਼ਨ ਵਿੱਚ ਠੀਕ ਨਹੀਂ, ਬਹੁਤ ਚੰਗਾ ਗਾਓਗੇ ਤਾਂ ਹੀ ਅੱਗੇ ਵਧੋਗੇ। ਪਰ ਬਹਰਹਾਲ ਪਤਾ ਨਹੀਂ ਰਿਜ਼ਲਟ ਕੀ ਹੋਏਗਾ। ਤੁਸੀਂ ਆਪਣੀ ਜਗ੍ਹਾ ਤੇ ਜਾਓ ਜੀ। ਥੈਂਕ ਯੂ ਸੋ ਮਚ। ਪੁਨੀਤ ਕੌਰ ਜੀ ਤੋਂ ਬਾਅਦ ਸਾਡੀ ਭੈਣਾਂ ਦੇ ਵਿਚਕਾਰ ਜੋ ਮੁਕਾਬਲਾ ਹੋਇਆ ਉਸ ਨੂੰ ਅੰਜਾਮ ਦਿੱਤਾ ਪਰਮਪ੍ਰੀਤ ਕੌਰ ਜੀ ਨੇ। ਸਾਡੇ ਨਾਲ ਨੇ, ਇੱਕ ਵਾਰ ਫਿਰ ਬੁਲਾਉਣਾ ਚਾਹਾਂਗੀ ਪਰਮਪ੍ਰੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਪਰਫਾਰਮੈਂਸ ਵੀ ਛੇਤੀ ਛੇਤੀ ਵੇਖ ਲਈਏ। हाँ जी, बिल्कुल। ਜੇ ਵੇਖਾਂਗੇ ਤਾਂ ਹੀ ਰਿਜ਼ਲਟ ਵੱਲ ਵਧਾਂਗੇ। ਸਾਹਮਣੇ ਵੇਖੋ ਜੀ। विसर नहीं दातार अपना नाम दे हो, गुण गावा दिन रात नानक चाहे हो, गुण गावा दिन रात नानक चाहे हो, विसर नहीं दातार अपना नाम दे हो, विसर नहीं दातार अपना।
सच साबंदी मोच मीरा दाना दिल सोच। ऐसी की ਤੁਹਾਡੀ ਪਰਫਾਰਮੈਂਸ, ਦੋਵੇਂ ਪਰਫਾਰਮੈਂਸਸ ਕਿਸ ਤਰ੍ਹਾਂ ਲੱਗੀਆਂ ਤੁਹਾਨੂੰ ਆਪਣੇ ਆਪ ਨੂੰ? ठीक लगिया। ਠੀਕ ਸੀਗੀਆਂ? हाँ जी ਤੁਸੀਂ ਸੈਟੀਸਫਾਈਡ ਹੋ? हाँ जी गलतियां से ते सी हो जजेस दसणगे। ਜੱਜਸ ਦੱਸਣਗੇ, ਇੰਤਜ਼ਾਰ ਰਹੇ ਤਾਂ ਕਿ ਗਲਤੀਆਂ ਸੁਧਾਰੋ, ਠੀਕ ਹੈ ਨਾ? ਇਹਨਾਂ ਨੇ ਕੀ ਗਲਤੀਆਂ ਕੀਤੀਆਂ ਤੇ ਕੀ ਖੂਬੀ ਰਹੀ, ਕੀ ਖਾਮੀ ਰਹੀ? ਪਰਮਪ੍ਰੀਤ ਕੌਰ ਜੀ, ਤੁਸੀਂ ਅੱਜ ਹੀ ਤੁਹਾਡੀ ਜਿਹੜੀ ਪਰਫਾਰਮੈਂਸ ਸੀ ਉਹ ਬਹੁਤ ਹੀ ਜ਼ਿਆਦਾ ਅੱਛੀ ਸੀ। ਹਾਲਾਂਕਿ ਤੁਸੀਂ ਪਹਿਲਾਂ ਕਾਫੀ ਪਛੜੇ ਸੀ, ਪਰ ਅੱਜ ਗੁਰਮਤ ਸੰਗੀਤ ਦੇ ਕਾਫਲੇ ਵਿੱਚੋਂ ਤੁਸੀਂ ਕੁਝ ਅੱਗੇ ਪਲਾਂਘਾਂ ਪੁੱਟੀਆਂ ਹੈ ਤੇ ਇਸ ਨੂੰ ਇਹ ਸਮਝ ਕੇ ਕਿਤੇ ਮਿਹਨਤ ਕਰਨਾ ਨਾ ਛੱਡ ਦੇਣਾ ਕਿ ਮੈਂ ਹੁਣ ਬਹੁਤ ਅੱਛੀ ਹੈ ਤੇ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ। ਸ਼ਾਬਾਸ਼। ਬਿਲਕੁਲ, ਯਾਨੀ ਕਿ ਇਸ ਦਿਨ ਤੁਹਾਡਾ ਦਿਨ ਜਦ ਤੁਸੀਂ ਪਰਫਾਰਮ ਕੀਤਾ, ਦਿਨ ਤੁਹਾਡਾ ਚੰਗਾ ਸੀ, ਰੱਬ ਦੀ ਮਿਹਰ ਸੀ, ਕਿਰਪਾ ਸੀ, ਤੁਸੀਂ ਚੰਗਾ ਪਰਫਾਰਮ ਕੀਤਾ। ਲੇਕਿਨ ਹਮੇਸ਼ਾ ਕਹਿੰਦੇ ਨੇ ਕਿ ਨੈਵਰ ਬੀ ਓਵਰ ਕੌਨਫੀਡੈਂਟ। ਇਸੇ ਤਰ੍ਹਾਂ ਕੀਰਤਨ ਗਾਇਨ ਕਰੋ। ਆਲ ਦ ਬੈਸਟ ਟੂ ਯੂ ਜੀ। थैंक यू जी। ਪਰਮਪ੍ਰੀਤ ਕੌਰ ਜੀ ਦੀ ਇਸ ਪਰਫਾਰਮੈਂਸ ਨੇ ਅੰਜਾਮ ਦਿੱਤਾ ਬੀਬੀਆਂ ਦੇ ਵਿਚਕਾਰ ਹੋਏ ਸੈਮੀਫਾਈਨਲਸ ਦੇ ਇਸ ਮੁਕਾਬਲੇ ਨੂੰ। ਇਹਨਾਂ ਤੋਂ ਬਾਅਦ ਮੁਕਾਬਲਾ ਹੋਇਆ ਸਿੰਘ ਵੀਰਾਂ ਵਿਚਕਾਰ। ਉਹ ਵੀ ਅੱਜ ਮੌਜੂਦ ਨੇ ਇੱਥੇ, ਲੇਕਿਨ ਉਹਨਾਂ ਨਾਲ ਮੁਲਾਕਾਤ ਕਰਾਂਗੇ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ब्रेक तो बाद प्रोग्राम पलो पलो रे कीर्तनिया द रिजल्ट एपीसोड दे विच मैं निमी सिंह एक बार फिर हाजिर हाँ। आप सब जी दा निगाह स्वागत करदी हाँ। रिजल्ट एपीसोड दे विच हमेशा दी तरह असी एक निगाह वेखदे पए हाँ साडे सारे कंटेस्टेंट्स दी इस वारी दी परफॉर्मेंसेस। साडी बीबियां विचकार जो मुकाबला होया असी एक बार फिर उससे नज़र मारी। हुण वारी आंदी है साडे सिंह वीरां दी। आओ उन्हां दे नाल मुलाकात करदे हां ते एक नज़र फिर तो वेखदे हां उन्हां दी परफॉर्मेंसेस। सब तो पहला इत्थे आए सीगे मुकाबले दे वेले गुरदेव सिंह जी ते सब तो पहले मैं सदा देनी है गुरदेव सिंह जी नूं। वाहिगुरु जी का खालसा वाहिगुरु जी की फतेह। गुरदेव सिंह जी रीत मुताबिक एक नजर वेखदे हां तुहाडी परफॉर्मेंस। ठीक है जी, सामने वेखो। बहुत जन्म बिछड़े थे मादो, यह जन्म तुम्हारे लेखे, यह जन्म तुम्हारे लेखे। कहे रविदास आस लग जीवो, कहे रविदास आस लग जीवो। चिर पयो दर्शन देखे, दर्शन देखे। बहुत जन्म बिछड़े थे मादो, यह जन्म तुम्हारे लेखे, यह जन्म तुम्हारे लेखे। हम पिखक पे खारी तेरे, तू निज पत है दाता, तू निज पत है दाता। हो दयाल नाम देहो मंगत जन को, सदा रहो रंग राता, सदा रहो रंग राता। हो दयाल नाम देहो मंगत जन को, सदा रहो रंग राता, सदा रहो रंग राता। हम पिखक पे खारी तेरे, तू निज पत है दाता, तू निज पत है दाता। सो गुरदेव सिंह जी ऐसे की ਤੁਹਾਡੀ परफॉर्मेंस एक बार फिर ਅਸੀਂ ਛੇਤੀ ਨਾਲ ਆਨੰਦ ਮਾਣਿਆ ਤੁਹਾਡੇ ਸ਼ਬਦ ਗਾਇਨ ਦਾ। ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ परफॉर्मेंस? ਮੈਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਹੈ ਜੀ, ਅੱਗੇ ਜੱਜ ਸਾਹਿਬਾਨ ਦੱਸਣਗੇ ਜੀ। ਸੋਢੀ ਸਾਹਿਬ ਕੋਲੋਂ ਪੁੱਛਦੇ ਹਾਂ। ਸੋਢੀ ਸਾਹਿਬ ਜੀ ਕਿਸ ਤਰ੍ਹਾਂ ਇਹਨਾਂ ਨੇ ਇਸ ਵਾਰੀ ਪਰਫਾਰਮ ਕੀਤਾ? ਗੁਰਦੇਵ ਸਿੰਘ ਜੀ ਪਹਿਲੇ ਸ਼ਬਦ ਵਿੱਚ ਵੀ ਥੋੜਾ ਫਿੱਕਾਪਨ ਸੀ, ਦੂਸਰਾ ਸ਼ਬਦ ਗਾਇਆ ਤੁਸੀਂ ਉਹਦੇ ਵਿੱਚ ਵੀ ਸੁਰ ਕੁਝ ਘਟ ਰਿਹਾ ਸੀ।
जी ਤੇ ਬਹੁਤ ਮਿਹਨਤ ਦੀ ਹੋਰ ਲੋੜ ਹੈ। ਮੁਕਾਬਲਾ ਸਖਤ ਹੁੰਦਾ ਪਿਆ ਹੈ, ਮਿਹਨਤ ਜ਼ਿਆਦਾ ਹੋਣੀ ਚਾਹੀਦੀ ਹੈ, ਲੇਕਿਨ ਲੱਗਦਾ ਇਸ ਵਾਰੀ ਤੁਸੀਂ ਥੋੜੀ ਜਿਹੀ ਘੱਟ ਕੀਤੀ ਹੈ, ਪਰ ਰਿਜ਼ਲਟ ਵੇਖਦੇ ਹਾਂ ਕੀ ਹੋਏਗਾ। ਆਲ ਦ ਬੈਸਟ ਟੂ ਯੂ। थैंक यू। ਗੁਰਦੇਵ ਸਿੰਘ ਜੀ ਤੋਂ ਬਾਅਦ ਵਾਰੀ ਆਈ ਸਾਡੇ ਅਗਲੇ ਕੰਟੈਸਟੈਂਟ ਵਿਕਰਮਜੀਤ ਸਿੰਘ ਜੀ ਦੀ। ਉਹਨਾਂ ਨੂੰ ਸੱਦਾ ਦਿੰਦੇ ਹਾਂ। ਵਿਕਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਥੋੜੇ ਡਰੇ ਡਰੇ ਲੱਗਦੇ ਪਏ ਹੋ। ਅੱਜ ਤੁਸੀਂ ਥੋੜੇ ਡਰੇ ਡਰੇ ਨਹੀਂ? ਅਸੀਂ ਇੱਦਾਂ ਹੀ ਰਹਿੰਦੇ ਹਾਂ ਜੀ। ਇੱਦਾਂ ਹੀ ਰਹਿੰਦੇ ਹੋ? ਹਾਂਜੀ। ਰਿਜ਼ਲਟ ਹੈ ਉਹ ਥੋੜੀ ਬਹੁਤੀ ਤੇ ਨਰਵਸ ਹੁੰਦੀ ਹੈ, ਪਰ ਕੁਝ ਥਕਾਵਟ ਕਰਕੇ ਅੱਜ ਤੁਸੀਂ ਪਰਫਾਰਮ ਨਹੀਂ ਕਰਨਾ, ਤੁਹਾਨੂੰ ਤੁਹਾਡੀ ਪਰਫਾਰਮੈਂਸ ਵਿਖਾਣੇ ਆ। ਬਿਲਕੁਲ ਜੀ। ਸਾਹਮਣੇ ਵੇਖੋ ਜੀ। ਰਾਜ ਲੀਲਾ ਤੇਰੇ ਨਾਮ ਬੜਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਰਾਜ ਲੀਲਾ ਤੇਰੇ ਮੇਰੇ ਲਾਲ ਜਿਉ, ਤੇਰਾ ਅੰਤ ਨਾ ਜਾਣਾ, ਤੇਰਾ ਅੰਤ ਨਾ ਜਾਣਾ ਮੇਰੇ ਲਾਲ ਜਿਉ, ਮੇਰੇ ਲਾਲ ਜਿਉ। ਤੇ ਐਸੀ ਕੀ ਤੁਹਾਡੀ ਪਰਫਾਰਮੈਂਸ ਕਿਸ ਤਰ੍ਹਾਂ ਲੱਗੀ? ਪਰਫਾਰਮੈਂਸ ਬਾਰੇ ਜੀ, ਮੈਂ ਜਿਸ ਤਰ੍ਹਾਂ ਮੈਨੂੰ ਪਹਿਲਾਂ ਜੱਜ ਸਾਹਿਬਾਨ ਨੇ ਹਦਾਇਤਾਂ ਕੀਤੀਆਂ ਸੀ, ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਮੈਨੂੰ ਉਹਨਾਂ ਨੇ ਗਾਈਡੈਂਸ ਦਿੱਤੀ, ਉਸ ਦੇ ਮੁਤਾਬਕ ਤੇ ਮੈਂ ਆਪਣਾ ਰਿਆਜ਼ ਕੀਤਾ ਸੀਗਾ। ਅਤੇ ਪਹਿਲੇ ਵਾਲੀ ਰੀਤ ਦੇ ਵਿੱਚ ਕੁਝ ਕੋਸ਼ਿਸ਼ ਕੀਤੀ ਸੀ, ਆਪਣੇ ਵੱਲੋਂ ਤੁੱਛ ਜਿਹਾ ਯਤਨ ਕੀਤਾ ਸੀਗਾ, ਅਤੇ ਉਹ ਮੈਨੂੰ ਥੋੜ੍ਹੀ ਆਸ ਹੈ ਕਿ ਜੱਜ ਸਾਹਿਬਾਨ ਨੂੰ ਥੋੜ੍ਹਾ ਜਿਹਾ ਪਸੰਦ ਵੀ ਆਇਆ ਮੇਰਾ, ਅਤੇ ਮੇਰੀ ਆਸ਼ਾ ਨੂੰ ਥੋੜ੍ਹਾ ਜਿਹਾ ਬੂਰ ਲੱਗਾ ਜੀ। ਅਤੇ ਸੈਕਿੰਡ ਵਾਲੀ ਦਾ ਮੈਂ ਕੁਛ ਕਹਿ ਨਹੀਂ ਸਕਦਾ। ਅਤੇ ਅੱਗੋਂ ਜਿਸ ਤਰ੍ਹਾਂ ਇੱਦਾਂ ਦੀ ਮੈਨੂੰ ਹਦਾਇਤ ਅਗਾਂਹ ਵਾਸਤੇ ਵੀ ਮਿਲੀ ਆ, ਉਹਦਾ ਵੀ ਮੈਂ ਚਾਹੇ ਕੰਪੀਟੀਸ਼ਨ ਦੇ ਵਿੱਚ ਰਹਾਂ ਚਾਹੇ ਨਾ, ਪਰ ਅੱਗੇ ਵਾਲੀ ਲਾਈਫ ਦੇ ਵਿੱਚ ਮੈਂ ਉਹਨਾਂ ਨੂੰ ਜ਼ਰੂਰ ਆਪਣੇ ਗੌਰ ਕਰਾਂਗਾ। ਉਹਨਾਂ ਨੂੰ ਬਿਲਕੁਲ ਗੌਰ ਕਰਨੀ ਚਾਹੀਦੀ ਹੈ, ਕਿਉਂਕਿ ਇੰਨੀ ਮਹਾਨ ਹਸਤੀਆਂ ਕਦੇ ਕਦੇ ਬਹਿ ਕੇ ਇੰਨੀ ਆਰਾਮ ਦੇ ਨਾਲ ਬਹਿ ਕੇ ਤੁਹਾਨੂੰ ਸੁਣਦੀਆਂ ਪਈਆਂ ਨੇ, ਅਤੇ ਜੋ ਵੀ ਤੁਹਾਨੂੰ ਦੱਸਣਗੇ ਤੁਹਾਡੇ ਬਹੁਤ ਕੰਮ ਆਏਗੀ। ਬਿਲਕੁਲ ਜੀ, ਬਿਲਕੁਲ। ਅਤੇ ਆਓ ਫਿਰ ਜੱਜਿਸ ਕੋਲੋਂ ਪੁੱਛਦੇ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਲੱਗੀ ਤੁਹਾਡੀ ਪਰਫਾਰਮੈਂਸ। ਖਾਲਸਾ ਜੀ। ਭਾਈ ਵਿਕਰਮਜੀਤ ਸਿੰਘ ਜੀ, ਤੁਸੀਂ ਖੁਦ ਹੀ ਤਸਲੀਮ ਕਰਦੇ ਹੋ, ਪਹਿਲੇ ਰਾਊਂਡ ਵਿੱਚ ਜਿਹੜੀ ਤੁਹਾਡੀ ਪੁਰਾਤਨ ਰੀਤ ਸੀ ਉਹ ਬੜੀ ਸਲਾਹੁਣਯੋਗ ਸੀ, ਬੜੀ ਆਲਾ ਕਿਸਮ ਦੀ ਸੀ। ਧੰਨਵਾਦ ਜੀ। ਲੇਕਿਨ ਜਿੰਨੀ ਉਹ ਵਧੀਆ ਸੀ, ਉਸ ਤੋਂ ਬਾਅਦ ਜਿਹੜੀ ਦੂਸਰੀ ਸੀ ਓਨੀ ਹੀ ਉਹ ਕਾਫੀ ਪਿੱਛੇ ਚਲੇ ਗਈ। ਇੱਕ ਵਾਰ ਤੁਸੀਂ ਕਾਫੀ ਅੱਗੇ ਦੌੜ ਗਏ, ਦੂਸਰੀ ਵਾਰ ਤੁਸੀਂ ਪਿੱਛੇ ਰਹਿ ਗਏ, ਅਤੇ ਇਹ ਵਾਰ-ਵਾਰ ਨਹੀਂ ਚੱਲੂਗਾ, ਇਹਦੇ ਵਿੱਚ ਸੁਧਾਰ ਲਿਆਉਣਾ ਪਏਗਾ। ਠੀਕ ਹੈ, ਸਤਿ ਜੀ। ਇਸੇ ਕਰਕੇ ਕਹਿੰਦੇ ਨੇ ਕਿ ਕੰਪੀਟੀਸ਼ਨ ਦੇ ਵਿੱਚ ਕੰਸਿਸਟੈਂਸੀ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਠੀਕ ਹੈ, ਤੇ ਉਮੀਦ ਕਰਦੇ ਹਾਂ ਤੁਸੀਂ ਅਗਲੀ ਵਾਰ ਕੰਸਿਸਟੈਂਟ ਰਹੋਗੇ। ਬਿਲਕੁਲ। ਆਲ ਦ ਬੈਸਟ ਟੂ ਯੂ। ਥੈਂਕ ਯੂ ਜੀ। ਵਿਕਰਮਜੀਤ ਸਿੰਘ ਜੀ ਤੋਂ ਬਾਅਦ ਵਾਰੀ ਆਈ ਗੰਗਾਨਗਰ ਤੋਂ ਆਏ ਸਿਮਰਜੀਤ ਸਿੰਘ ਜੀ ਦੀ। ਬੁਲਾਨੇ ਆ ਸਿਮਰਜੀਤ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਜੱਜਿਸ ਨੇ ਹਮੇਸ਼ਾ ਤੁਹਾਨੂੰ ਤੁਹਾਡੀ ਪਰਫਾਰਮੈਂਸ ਦੀ ਹਮੇਸ਼ਾ ਤਾਰੀਫ ਕੀਤੀ ਹੈ। ਕਦੇ ਇੱਕ ਅੱਧੀ ਵਾਰੀ ਹੋਇਆ ਕਿ ਤੁਸੀਂ ਅੱਗੇ ਪਿੱਛੇ ਰਹੇ ਹੋ, ਬਹੁਤ ਸੀ ਹਿਦਾਇਤਾਂ ਵੀ ਮਿਲੀਆਂ ਨੇ ਤੇ ਬੜੀ ਵਾਰੀ ਅਪਰੀਸ਼ੀਏਟ ਵੀ ਕੀਤਾ ਗਿਆ। ਆਓ ਵੇਖਦੇ ਹਾਂ ਇਸ ਵਾਰ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੀ, ਤਾਂ ਕਿ ਅਸੀਂ ਜੱਜਿਸ ਕੋਲੋਂ ਪੁੱਛੀਏ ਉਹਨਾਂ ਦੇ ਵਿਊਜ਼। ਠੀਕ ਹੈ ਜੀ, ਠੀਕ ਹੈ, ਸਾਹਮਣੇ ਵੇਖਦੇ ਹਾਂ। माता की आशीष पूता, माता की आशीष, निमक ना बिसरो तुमको घर घर, निमक ना बिसरो तुमको घर घर, सदा पाजो जगदीश, कर ही में है अमृत भरपूर है, मन मुखा साधना पाया, मन मुखा साधना पाया, कर ही में है
ਅੰਮ੍ਰਿਤ ਭਰਪੂਰ ਹੈ। ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੀ ਪਰਫਾਰਮੈਂਸ? ਠੀਕ ਸੀ। ਠੀਕ ਸੀਗੀ? ਹਾਂਜੀ। ਕੋਈ ਕਮੀ ਤਾਂ ਨਹੀਂ ਛੱਡੀ ਆਪਣੀ ਤਰਫ ਤੋਂ? ਆਪਣੀ ਤਰਫੋਂ ਤਾਂ ਕੋਸ਼ਿਸ਼ ਕੀਤੀ ਹੈ। ਜੱਜਸ ਕੋਲੋਂ ਹੀ ਪੁੱਛ ਲਈਏ। ਹਾਂਜੀ। ਜੱਜਸ ਕੋਲੋਂ ਪੁੱਛਦੇ ਹਾਂ। ਮੈਂ ਪੁੱਛਾਂਗੀ ਸਿੰਘ ਸਾਹਿਬ ਜੀ ਕੋਲੋਂ। ਸਿਮਰਨਜੀਤ ਸਿੰਘ ਜੀ, ਹਾਂਜੀ, ਤੁਸੀਂ 2 ਸ਼ਬਦਾਂ ਦਾ ਗਾਇਨ ਕੀਤਾ ਵੱਖੋ ਵੱਖਰੇ ਐਪੀਸੋਡ 'ਚ। ਹਾਂਜੀ। ਦੋਵੇਂ ਤੁਸੀਂ ਰੀਤਾਂ ਵਿੱਚ ਗਾਇਨ ਕੀਤਾ ਹੈ। ਹਾਂਜੀ। ਔਰ ਸ਼ਬਦ ਤੁਸੀਂ ਪੜ੍ਹਦੇ ਹੋ ਵੈਰਾਗਮਈ ਢੰਗ ਦੇ ਨਾਲ। ਜਿਵੇਂ ਖਾਲਸਾ ਜੀ ਨੇ ਵੀ ਆਪ ਜੀ ਨੂੰ ਦੱਸਿਆ ਸੀਗਾ, ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਨੇ, ਤੁਹਾਨੂੰ ਥੋੜ੍ਹਾ ਜਿਹਾ ਰਾਗਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਹੋਰ ਮਿਹਨਤ ਕਰੋ ਤਾਂ ਕਿ ਤੁਹਾਨੂੰ ਕਾਮਯਾਬੀ ਪ੍ਰਾਪਤ ਹੋ ਸਕੇ। ਮਿਹਨਤ ਦੀ ਲੋੜ ਹੈ, ਰਾਗਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਠੀਕ ਹੈ। ਆਲ ਦ ਬੈਸਟ ਟੂ ਯੂ। ਥੈਂਕ ਯੂ। ਸਿਮਰਜੀਤ ਸਿੰਘ ਜੀ ਨੂੰ ਹਦਾਇਤ ਮਿਲੀ ਹੈ ਕਿ ਉਹਨਾਂ ਨੂੰ ਰਾਗਾਂ ਦੀ ਤਰਫ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਤੇ ਆਓ ਵੇਖਦੇ ਹਾਂ ਗੁਰਪ੍ਰੀਤ ਸਿੰਘ ਜੀ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ। ਬੁਲਾਉਂਦੇ ਹਾਂ ਗੁਰਪ੍ਰੀਤ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਰਿਜ਼ਲਟ ਐਪੀਸੋਡ ਹੈ, ਤੁਸੀਂ ਬੜੇ ਕੌਨਫੀਡੈਂਟ ਲੱਗ ਰਹੇ ਹੋ। ਨਹੀਂ, ਕੋਈ ਡਰਿਆ ਵੀ ਹੈ ਜੀ। ਡਰਿਆ ਵੀ ਨਹੀਂ ਹੈ? ਨਹੀਂ, ਡਰਿਆ ਵੀ ਹੈ ਕੁਝ। ਡਰਿਆ ਵੀ ਹੋ? ਕੁਝ ਹਦਾਇਤਾਂ ਮਿਲੀਆਂ ਸੀ। ਹਦਾਇਤਾਂ ਮਿਲੀਆਂ ਸੀ। ਇੱਕ ਵਾਰ ਵੇਖਦੇ ਹਾਂ ਕਿੰਨਾ ਗੱਲਾਂ ਤੇ ਹਦਾਇਤਾਂ ਮਿਲੀਆਂ ਸੀ ਤੁਹਾਡੀ ਪਰਫਾਰਮੈਂਸ। ਈੜਾ ਥਾਪਦੇ ਪਾਤ ਸਾਹੀ ਲਸ਼ਕਰ ਕਰੇ ਸੁਆਰ, ਲਸ਼ਕਰ ਕਰੇ ਸੁਆਰ, ਲਸ਼ਕਰ ਕਰੇ ਸੁਆਰ, ਜਿਉ ਕੀ ਬਿਰਥਾ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਅਰਦਾਸ ਕਰ, ਅਰਦਾਸ ਕਰ, ਅਰਦਾਸ ਕਰ, ਅਰਦਾਸ ਕਰ। ਸਾਨੂੰ ਤੇ ਬੜਾ ਆਨੰਦ ਆਇਆ, ਲੇਕਿਨ ਜਦ ਇੰਨੇ ਵੱਡੇ ਗੁਣੀ ਕੀਰਤਨੀਏ ਸਾਡੇ ਪੰਥ ਦੇ ਮਹਾਨ ਸ਼ਖਸੀਅਤਾਂ ਇੱਥੇ ਬੈਠੀਆਂ ਨੇ ਤੇ ਉਹਨਾਂ ਕੋਲੋਂ ਪੁੱਛਦੇ ਹਾਂ। ਠੀਕ ਹੈ ਜੀ, ਇਹਨਾਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਲੱਗੀ ਇਸ ਵਾਰੀ? ਕੀ ਕਮੀਆਂ ਰਹਿ ਗਈਆਂ? ਗੁਰਪ੍ਰੀਤ ਸਿੰਘ ਬਿਹਤਰ ਤੋਂ ਬਿਹਤਰ ਕਰਦਾ ਜਾ ਰਿਹਾ ਹੈ। ਥੋੜ੍ਹਾ ਪਿੱਛੇ ਪਹਿਲਾਂ ਪਛੜਿਆ ਸੀ, ਪਰ ਮੇਰਾ ਖਿਆਲ ਕਾਫੀ ਉਹਨਾਂ ਨੇ ਆਪਣੇ ਆਪ 'ਚ ਸੁਧਾਰ ਕੀਤਾ ਹੈ। ਔਰ ਅੱਜ ਦੇ ਜੋ ਇਹਨਾਂ ਨੇ ਜੋ 2 ਸ਼ਬਦ ਗਾਇਨ ਕੀਤੇ ਉਹਨਾਂ ਵਿੱਚ ਇੱਕ ਬੜੀ ਰਵਾਨਗੀ ਸੀ ਜੋ ਇੱਕ ਕੀਰਤਨੀਏ ਵਿੱਚ ਹੋਣੀ ਚਾਹੀਦੀ ਹੈ ਜ਼ਰੂਰੀ, ਔਰ ਕਿਸੇ ਦੀ ਕੋਈ ਨਕਲ ਨਹੀਂ ਸੀ। ਲੇਕਿਨ ਮੈਂ ਸਮਝਦਾ ਹਾਂ ਕਿ ਅਜੇ ਮੰਜ਼ਿਲ ਥੋੜ੍ਹੀ ਦੂਰ ਹੈ ਔਰ ਇਹਨਾਂ ਨੂੰ ਹੋਰ ਵੀ ਪਰਪੱਕ ਹੋ ਕੇ ਕਾਫੀ ਵਿਸ਼ਵਾਸ ਨਾਲ, ਕੌਨਫੀਡੈਂਸ ਨਾਲ ਗਾਉਣਾ ਪਵੇਗਾ। ਅਤੇ ਮੇਰਾ ਖਿਆਲ ਹੈ ਜੇ ਅੱਛਾ ਕਰਨਗੇ ਤਾਂ ਸਤਿਗੁਰੂ ਵੀ ਅੱਛਾ ਹੀ ਕਰਨਗੇ, ਰਹਿਮਤ ਕਰਨਗੇ। ਜੀ ਧੰਨਵਾਦ ਜੀ। ਠੀਕ ਹੈ ਜੀ, ਆਲ ਦ ਬੈਸਟ ਟੂ ਯੂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਗੁਰਪ੍ਰੀਤ ਸਿੰਘ ਜੀ ਤੋਂ ਬਾਅਦ ਸਾਡੇ ਵਿਚਕਾਰ ਆਏ ਇਸ ਮੁਕਾਬਲੇ ਦੇ ਆਖਰੀ ਸੈਮੀਫਾਈਨਲਿਸਟ ਮਨਿੰਦਰ ਸਿੰਘ ਜੀ, ਜੋ ਕਿ ਨੇ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੀ ਪਰਫਾਰਮੈਂਸਿਸ ਮੈਨੂੰ ਚੰਗੀ ਤਰ੍ਹਾਂ ਯਾਦ ਨੇ, ਜਿਸ ਤਰ੍ਹਾਂ ਕਿ ਸਾਡੇ ਹੋਰ ਪਾਰਟਿਸਿਪੈਂਟਸ ਦੀ ਪਰਫਾਰਮੈਂਸਿਸ ਮੈਨੂੰ ਯਾਦ ਨੇ। ਕਾਫੀ ਆਨੰਦ ਆਇਆ ਸੀ। ਇੱਕ ਵਾਰ ਫਿਰ ਤੋਂ ਆਨੰਦ ਮਾਣਦੇ ਹਾਂ ਤੁਹਾਡੀ ਪਰਫਾਰਮੈਂਸ ਦਾ। ਸਾਹਮਣੇ ਵੇਖੋ ਜੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ, ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਹੋ
नाल प्यारे ने हो चलाता पिजै कंबली राहता टूटे ने हो चलाता पिजै कंबली राहता टूटे ने हो राहता टूटे ने हो राहता टूटे ने हो फरीदा गलिए चिक्कड़ दूर कर। ਉਮਦਾ ਪਰਫਾਰਮੈਂਸਿਸ ਸੀਗੀਆਂ ਤੁਹਾਡੀਆਂ, ਤੁਹਾਨੂੰ ਕਿੱਦਾਂ ਲੱਗਦਾ ਹੈ? ਅੱਛਾ ਲੱਗਿਆ ਮੈਨੂੰ ਪਰਫਾਰਮ ਕਰਕੇ, ਲੇਕਿਨ ਜੋ ਮੇਰੀਆਂ ਗਲਤੀਆਂ ਸਨ ਉਹ ਬਾਣੀ ਦੀ ਸ਼ੁੱਧਤਾ ਇੱਕ ਦੋ ਥਾਂ 'ਤੇ ਮੈਨੂੰ ਲੱਗਾ, ਜਿਵੇਂ ਭਾਈ ਸਾਹਿਬ ਜੀ ਨੇ ਕਿਹਾ ਕਿ ਬਾਣੀ ਦੀ ਸ਼ੁੱਧਤਾ ਮਤਲਬ ਜੋ ਤੁਸੀਂ ਜੋ ਕੀਰਤਨ ਕੀਤਾ, ਜੋ ਸ਼ਬਦ ਪੜ੍ਹਿਆ ਔਰ ਜੋ ਇੱਕ ਦੋ ਵਰਡ ਜਿਹੜੇ ਬਾਣੀ ਦੀ ਉਹ ਠੀਕ ਨਹੀਂ ਸਨ। ਜੱਜਸ ਕੋਲੋਂ ਪੁੱਛਦੇ ਹਾਂ, ਸੋਢੀ ਸਾਹਿਬ ਕੋਲੋਂ ਪੁੱਛਦੇ ਹਾਂ ਇੱਕ ਵਾਰੀ ਫਿਰ। ਮਨਿੰਦਰ ਸਿੰਘ, ਬਾਣੀ ਦੀ ਸ਼ੁੱਧਤਾ ਦਾ ਤੁਸੀਂ ਬਹੁਤ ਖਿਆਲ ਰੱਖਣਾ। ਹਾਂਜੀ। ਦੂਸਰਾ ਜਿਹੜਾ ਤੁਸੀਂ ਸ਼ਬਦ ਇੱਕ ਸੁਣਾਇਆ ਸੀ ਉਹਦੇ ਰਾਗ ਬਾਰੇ ਵੀ ਭਾਈ ਸਾਹਿਬ ਉਹਨਾਂ ਨੇ ਪੁੱਛਿਆ, ਤੁਹਾਨੂੰ ਉਹ ਵੀ ਨਹੀਂ ਸੀ ਪਤਾ। ਹਾਂਜੀ ਹਾਂਜੀ। ਤੁਸੀਂ ਫਿਰ ਆਪ ਹੀ ਬੰਦਸ਼ ਬਣਾਈ ਹੈ, ਜਿਹੜੀ ਚੀਜ਼ ਆਪ ਬਣਾਈ ਹੋਵੇ, ਹੁਣ ਆਪ ਹੀ ਪ੍ਰਸ਼ਾਦਾ ਬਣਾਇਆ ਹੋਵੇ, ਪਤਾ ਨਾ ਹੋਵੇ ਕਿਹੜੇ ਆਟੇ ਦਾ ਹੈ, ਗੱਲ ਨਹੀਂ ਨਾ ਬਣਦੀ। ਹਾਂਜੀ ਹਾਂਜੀ। ਤੁਹਾਨੂੰ ਬਹੁਤ ਮਿਹਨਤ ਦੀ ਲੋੜ। ਇੱਕ ਤੁਸੀਂ ਸ਼ਬਦ ਪੜ੍ਹਿਆ ਉਹਦੇ ਵਿੱਚ ਭਗਤੀ ਰਸ ਨਹੀਂ ਸੀ, ਪਹਿਲੇ ਸ਼ਬਦ ਵਿੱਚ। ਜਿਸ ਤਰ੍ਹਾਂ ਦੀ ਅਸੀਂ ਬੰਦਸ਼ ਗਾਉਂਦੇ ਹਾਂ ਉਸੇ ਤਰ੍ਹਾਂ ਦਾ ਉਹਦੇ 'ਚ ਆਪਾਂ ਰਸ ਵੀ ਪਾਉਣਾ ਹੈ। ਬਹੁਤ ਮਿਹਨਤ ਦੀ ਲੋੜ ਹੈ। ਠੀਕ ਹੈ ਜੀ। ਹਾਂਜੀ, ਆਲ ਦ ਬੈਸਟ ਟੂ ਯੂ। ਮਨਿੰਦਰ ਸਿੰਘ ਜੀ ਦੀ ਇਸ ਪਰਫਾਰਮੈਂਸ ਦੇ ਨਾਲ ਪੂਰਾ ਹੋਇਆ ਸਿੰਘ ਵੀਰਾਂ ਦੇ ਵਿਚਕਾਰ ਹੁੰਦਾ ਮੁਕਾਬਲਾ। ਹੁਣ ਜਦ ਮੁਕਾਬਲਾ ਹੁੰਦਾ ਤਾਂ ਮੁਕਾਬਲੇ ਵਿੱਚ ਕੋਈ ਨਾ ਕੋਈ ਵਿਜੇਤਾ ਜ਼ਰੂਰ ਹੁੰਦਾ ਹੈ। ਸਾਨੂੰ ਵੀ ਤਲਾਸ਼ ਹੈ ਸਾਡੇ ਕੀਰਤਨ ਰਤਨ ਦੀ। ਜੀ ਹਾਂ, ਉਹ ਕੌਣ ਹੋਣਗੇ ਕੀਰਤਨੀਏ ਜੋ ਇਸ ਮੁਕਾਬਲੇ ਦੇ ਵਿਜੇਤਾ ਬਣਨਗੇ? ਉਹ ਤਾਂ ਸਾਨੂੰ ਫਾਈਨਲਸ ਤੋਂ ਬਾਅਦ ਹੀ ਪਤਾ ਚੱਲਣਗੇ, ਲੇਕਿਨ ਫਿਲਹਾਲ ਸਾਡੇ ਕਿਹੜੇ ਸੈਮੀ ਫਾਈਨਲਿਸਟ ਅੱਗੇ ਤੁਰਨਗੇ ਇਹ ਸਾਨੂੰ ਪਤਾ ਚੱਲੇਗਾ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ब्रेक तो बाद प्रोग्राम पलो पलो रे कीर्तनिया दे विच मैं निमी सिंह एक बार फिर हाजिर हाँ आप सब जी दे सामने थोड़े सारे दा निग्गा स्वागत करनी हाँ प्रोग्राम दे रिजल्ट एपिसोड दे विच। अज रिजल्ट एपिसोड है सैमी फाइनल एपिसोड्स दा ते अज सन पता चलेगा कि साडे इन्हां कंटेस्टेंट्स विचों केड़े कंटेस्टेंट्स अगे तुरनगे। कहंदे ने ना कि हज़ारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। जी हाँ, इस मुकाबले दे विच बड़ी मुश्किल नाल पता चलेगा। मुश्किल नाल इस करके क्योंकि मुकाबला बड़ा सख्त है तो यह मुश्किल साडी नहीं है, यह मुश्किल साडे जजिस दे लई है क्योंकि यह रिजल्ट तैयार करना बड़ा औखा होंदा है, क्योंकि मुकाबला बड़ा सख्त होंदा जा रहा है। तो सख्त मुकाबले दे विचकारों किहड़े कंटेस्टेंट्स नूं मुकाबले विच रखना है, किहड़े कंटेस्टेंट नूं बाहर कढना है, यह बहुत औखा काम हो जाता है। लेकिन यह औखा काम असीं सौंपिया साडे मानयोग जजिस नूं। ते मैं पुछना चाहांगी कि अज दा रिजल्ट की है? साडी बीबियां दे बारे जेकर असीं गल करिए, सब तो पहला मैं सब तो पहला जसलीन कौर नूं बुलाना चाहांगा। जसलीन कौर जी। जसलीन कौर जी, कतई ना समझना कि असी कोई वधीकी करनी चाहुंदे आ, ऐसा साडा किसी दा कोई इरादा नहीं। पर तुहानूं इस बारे अज भली भांत पता है कि तुसी खुद भी महसूस करते हो ईमानदारी तो ईमानदारी होंदी है ना कि जिहड़ी तुहाडी परफॉर्मेंस सी, जिस तरीके नाल सानूं उत्तों उम्मीदां सन, तुसी उन्हां ते खरे नहीं उतरे। कि मैं गलत नहीं कह रहा? बोल के दसो। तुसी बिल्कुल ठीक कह रहे हो। ते फाइनल विच प्रवेश करन लई तुहानूं अपने दम ते ही जाना पवेगा, कोई तुहाडी हैल्प नहीं करन वाला। अपनी मदद तुसी आप ही करनी है। मैनू नहीं समझ आया, हाले रिजल्ट पता चलेगा। फाइनल्स लई जान लई तुहानू अपनी मदद आप करनी है, यानी कि हाले रिजल्ट पता चलना है। तो सोढी साहब बड़ी बुझारतां पैंदियां ने बीबियां बारे, होर की? मैं पुनीत कौर नूं बुलाना चाहांगा। पुनीत कौर जी।
ਪੁਨੀਤ ਕੌਰ ਜੀ, ਤੁਹਾਨੂੰ ਹੋਰ ਬਹੁਤ ਮਿਹਨਤ ਦੀ ਲੋੜ ਹੈ। ਕੁਝ ਸੰਗੀਤਕ ਸਵਾਲ ਵੀ ਭਾਈ ਸਾਹਿਬ ਹੋਰਾਂ ਨੇ ਪੁੱਛੇ, ਉਹਦਾ ਵੀ ਤੁਸੀਂ ਜਵਾਬ ਨਹੀਂ ਦੇ ਸਕੇ। ਗਾਇਕੀ ਵਿੱਚ ਵੀ ਜਿੱਦਾਂ ਪੂਰੀ ਰਵਾਨਗੀ ਨਹੀਂ, ਪੂਰੇ ਦਮ ਨਾਲ ਜਿੱਦਾਂ ਸਾਨੂੰ ਗਾਣਾ ਚਾਹੀਦਾ ਹੈ, ਉਹ ਤੁਹਾਡੇ ਕੋਲ ਹੈ ਨਹੀਂ ਸੀ। ਇਹਨਾਂ ਬਹੁਤ ਸਾਰੀਆਂ ਗੱਲਾਂ ਦਾ ਤੁਹਾਨੂੰ ਖਿਆਲ ਰੱਖਣਾ, ਪੁਨੀਤ ਕੌਰ ਜੀ ਨੂੰ ਵੀ ਖਿਆਲ ਰੱਖਣਾ ਪਏਗਾ। ਬਾਕੀ ਸਾਡੇ ਕੋਲ 2 ਕੰਟੈਸਟੈਂਟਸ ਰਹਿ ਗਏ ਨੇ ਸਾਡੇ ਬੀਬੀਆਂ ਵਿਚਕਾਰੋਂ, ਪ੍ਰਭਜੋਤ ਕੌਰ ਜੀ ਤੇ ਪਰਮਪ੍ਰੀਤ ਕੌਰ ਜੀ। ਇਹਨਾਂ ਦੇ ਬਾਰੇ ਵੀ ਤੁਸੀਂ ਕੁਝ ਜ਼ਿਕਰ ਕਰਨਾ ਚਾਹੋਗੇ, ਕੋਈ ਖਾਸ ਟਿੱਪਣੀ? ਮੈਂ ਪ੍ਰਭਜੋਤ ਕੌਰ ਜੀ ਨੂੰ ਬੁਲਾਉਣਾ ਚਾਹੁੰਦਾ। ਬੱਚੇ, ਸਾਨੂੰ ਤੁਹਾਡੇ ਤੋਂ ਬਹੁਤ ਆਸਾਂ ਨੇ। ਗਾਇਆ ਤੁਸੀਂ ਬੜਾ ਅੱਛਾ ਹੈ, ਪਰ ਹੋਰ ਮਿਹਨਤ ਦੀ ਲੋੜ ਹੈ ਤੇ ਫਿਰ ਹੀ ਫਾਈਨਲ 'ਚ ਪਹੁੰਚਿਆ ਜਾ ਸਕਦਾ ਹੈ। ਬਹੁਤ ਜ਼ਿਆਦਾ ਮਿਹਨਤ ਕਰੋਗੇ ਤਾਂ ਹੀ ਤੁਸੀਂ ਸਫਲ ਹੋ ਸਕਦੇ। ਤੇ ਇਹਦਾ ਮਤਲਬ ਇਹ ਇਸ ਵਾਰ ਦੇ ਮੁਕਾਬਲੇ ਵਿੱਚ ਸਾਡੀ ਇਹਨਾਂ 3 ਕੰਟੈਸਟੈਂਟਸ ਵਿੱਚ ਕੁਝ ਨਾ ਕੁਝ ਕਮੀਆਂ ਰਹਿ ਗਈਆਂ ਨੇ। ਰਿਜ਼ਲਟ ਤੇ ਫਿਰ ਵੀ ਨਹੀਂ ਪਤਾ ਚੱਲਿਆ ਸਾਨੂੰ ਹਾਲੇ ਤੱਕ। ਅੱਜ ਦੇ ਜਿਹੜੇ ਰਿਜ਼ਲਟ ਦੀ ਗੱਲ ਹੈ, ਮੈਂ ਪਰਮਪ੍ਰੀਤ ਨੂੰ ਵੀ ਬੁਲਾਉਣਾ ਚਾਹਾਂਗਾ, ਉਹ ਦਰਸ਼ਨ ਦੇਣ ਜਰਾ। ਪਰਮਪ੍ਰੀਤ ਜੀ, ਤੁਹਾਡੀ ਪੇਸ਼ਕਾਰੀ ਬੜੀ ਅੱਛੀ ਹੈ। ਅੱਗੇ ਵੀ ਮੈਂ ਜ਼ਿਕਰ ਕੀਤਾ ਕਿ ਉਮੀਦਾਂ ਕੁਝ ਜ਼ਿਆਦਾ ਅਸੀਂ ਰੱਖਦੇ ਹਾਂ ਸਾਰੇ, ਤਾਂ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਚਾਰੇ ਹੀ ਸਹੇਲੀਆਂ ਖੜੋਤੀਆਂ ਹੋ, ਇੱਕ ਤੋਂ ਇੱਕ ਵੱਧ ਹੋ। ਸਾਨੂੰ ਤਾਂ ਕੋਈ ਘੱਟ ਨਹੀਂ ਦਿਸ ਰਿਹਾ, ਤੇ ਅਸੀਂ ਤਾਂ ਚਾਹੁੰਦੇ ਸਾਰਿਆਂ ਨੂੰ ਚੁਣ ਲਈਏ, ਪਰ ਜੋ ਦਸਤੂਰ ਹੈ ਦਸਤੂਰ ਹੀ ਹੈ। ਅੱਜ ਜਿਹੜਾ ਖਤਰਾ ਮੰਡਰਾਉਂਦਾ ਸੀ ਤੁਹਾਨੂੰ ਫਾਈਨਲ 'ਚ ਜਾਣ ਤੋਂ ਰੋਕਣ ਲਈ, ਉਹ ਤੋਂ ਤੁਸੀਂ ਬਚ ਗਏ ਹੋ ਸਾਰੇ। ਉਹਦਾ ਇੱਕ ਕਾਰਨ ਹੈ ਕਿ ਹਰਵੀਰ ਕੌਰ ਨੇ ਤੁਹਾਡੀ ਬੜੀ ਮਦਦ ਕੀਤੀ ਹੈ। ਉਹ ਗੈਰ ਹਾਜ਼ਰ ਹੋਣ ਕਰਕੇ ਅੱਜ ਨਹੀਂ ਆਈ, ਉਸ ਦੇ ਕਾਰਨ ਉਹ ਆਪਣੇ ਆਪ ਹੀ ਇਹਦੇ ਵਿੱਚੋਂ ਚਲੇ ਗਈ ਹੈ ਅਤੇ ਤੁਸੀਂ ਸਾਰੇ ਬਚ ਗਏ ਹੋ। ਪਰ ਇਹਦੇ ਬਚਣ ਦਾ ਇਹ ਨਹੀਂ ਕਿ ਮਤਲਬ ਕਿ ਤੁਸੀਂ ਉਹ ਕੋਈ ਘੱਟ ਸੀ, ਉਹਦੀ ਗੈਰ ਹਾਜ਼ਰੀ ਹੋਣ ਕਾਰਨ ਤੁਹਾਨੂੰ ਇਹਦਾ ਬੜਾ ਲਾਭ ਪਹੁੰਚਾ ਹੈ। ਤੁਸੀਂ ਸਾਰੇ ਖੁਸ਼ਕਿਸਮਤ ਹੋ, ਇਸ ਕਰਕੇ ਤੁਹਾਨੂੰ ਅੱਜ ਮੁਬਾਰਕ ਹੋਵੇ। ਮੁਬਾਰਕਾਂ ਜੀ। ਅੱਜ ਦੇ ਮੁਕਾਬਲੇ ਵਿੱਚ ਇਹ ਫੈਸਲਾ ਹੋਇਆ ਕਿ ਸਾਡੀ ਬੀਬੀਆਂ ਵਿੱਚੋਂ ਕੋਈ ਵੀ ਇੱਥੋਂ ਬਾਹਰ ਨਹੀਂ ਜਾਏਗਾ। ਸਾਡੀਆਂ ਚਾਰੋਂ ਭੈਣਾਂ ਸਾਡੇ ਨਾਲ ਰਹਿਣਗੀਆਂ। ਸਾਨੂੰ ਵੀ ਬਹੁਤ ਖੁਸ਼ੀ ਹੈ, ਲੇਕਿਨ ਇਸ ਖੁਸ਼ੀ ਦੇ ਨਾਲ ਨਾਲ ਕੁਝ ਗੱਲਾਂ ਯਾਦ ਰੱਖਣ ਵਾਲੀਆਂ ਨੇ। ਉਹ ਇਹ ਨਹੀਂ ਕਿ ਸਾਡੇ ਜੱਜ ਸਾਹਿਬਾਨ ਨੇ ਜੋ ਵੀ ਹਦਾਇਤਾਂ ਆਪ ਸਭ ਜੀ ਨੂੰ ਦਿੱਤੀਆਂ ਨੇ ਉਸ ਦਾ ਖਿਆਲ ਰੱਖਣ, ਕਿਉਂਕਿ ਅੱਗੇ ਮੁਕਾਬਲੇ ਵਿੱਚੋਂ ਕਿਸੇ ਨਾ ਕਿਸੇ ਨੂੰ ਬਾਹਰ ਤੇ ਜ਼ਰੂਰ ਹੋਣਾ ਹੋਏਗਾ ਤੇ ਆਪਣੀ ਤਰਫ ਤੋਂ ਪੂਰੀ ਤਿਆਰੀ ਕਰਕੇ ਆਣੀ ਹੈ। ਠੀਕ ਹੈ ਜੀ, ਆਲ ਦ ਬੈਸਟ ਟੂ ਯੂ ਜੀ। ਸਾਨੂੰ ਸਾਡੀ ਭੈਣੇ ਦੇ ਰਿਜ਼ਲਟ ਦੇ ਬਾਰੇ ਤੇ ਪਤਾ ਚੱਲ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਚਾਰੋਂ ਕੰਟੈਸਟੈਂਟ ਸਾਡੇ ਨਾਲ ਹੋਣਗੀਆਂ ਇਸ ਮੁਕਾਬਲੇ ਵਿੱਚ। ਤੇ ਹੁਣ ਵਾਰੀ ਆਂਦੀ ਹੈ ਸਾਡੇ ਸਿੰਘ ਵੀਰਾਂ ਦੀ। ਸਾਡੇ 5 ਕੰਟੈਸਟੈਂਟਸ ਨੇ ਇੱਥੇ ਆ ਕੇ ਪਰਫਾਰਮ ਕੀਤਾ ਤੇ ਮੈਂ ਪੁੱਛਣਾ ਚਾਹਾਂਗੀ ਮਾਨਯੋਗ ਜੱਜਸ ਕੋਲੋਂ ਕਿ ਸਾਡੇ ਸਿੰਘ ਵੀਰਾਂ ਦੇ ਬਾਰੇ ਇਸ ਵਾਰੀ ਕੀ ਫੈਸਲਾ ਹੋਇਆ। ਗੁਰਦੇਵ ਸਿੰਘ ਜੀ ਨੂੰ ਮੈਂ ਬੁਲਾਉਣਾ ਚਾਹਾਂਗਾ। ਗੁਰਦੇਵ ਸਿੰਘ ਜੀ, ਮੈਂ ਗੁਜ਼ਾਰਿਸ਼ ਕਰਾਂਗੀ ਇੱਥੇ ਆਣ। ਗੁਰਦੇਵ ਸਿੰਘ ਜੀ, ਗਾਣ ਵਾਸਤੇ, ਕੀਰਤਨ ਕਰਨ ਵਾਸਤੇ ਸਭ ਤੋਂ ਪਹਿਲਾਂ ਸੁਰ ਦੀ ਬਹੁਤ ਜ਼ਰੂਰਤ ਹੈ। ਸੁਰ ਦਾ ਸਾਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਹਾਂਜੀ, ਦੋਨਾਂ ਸ਼ਬਦਾਂ ਵਿੱਚ ਹੀ ਜਿਹੜਾ ਸੁਰ ਦਾ ਫਰਕ ਸੀ, ਦੂਜੇ ਸ਼ਬਦ ਵਿੱਚ ਸੁਰ ਘਟਦੀ ਸੀ, ਪਹਿਲੇ ਸ਼ਬਦ ਵਿੱਚ ਵੀ ਸੁਰ ਬਹੁਤ ਫਿੱਕੇ ਲੱਗੇ। ਤੁਹਾਨੂੰ ਕਿਵੇਂ ਮਹਿਸੂਸ ਹੋਇਆ ਜਦੋਂ ਤੁਸੀਂ ਗਾ ਰਹੇ ਸੀ? ਗਾਉਂਦੇ ਸਮੇਂ ਪਤਾ ਲੱਗ ਤਾਂ ਜਾਂਦਾ ਹੈ ਜੀ, ਪਰ ਜ਼ਿਆਦਾ ਪਤਾ ਸੁਣਨ ਵਾਲੇ ਨੂੰ ਲੱਗਦਾ ਹੈ। ਆਪ ਜੱਜ ਸਾਹਿਬਾਨ, ਇਸੇ ਕਰਕੇ ਅਸੀਂ ਕੁਝ ਸਿੱਖਣ ਵਾਸਤੇ ਆਏ ਹਾਂ ਅਤੇ ਤੁਹਾਡੀਆਂ ਅਸੀਸਾਂ ਨੇ। ਸੋ ਤੁਸੀਂ ਦੱਸ ਰਹੇ ਹੋ, ਅਸੀਂ ਇਹਨਾਂ 'ਤੇ ਅਸਰ ਕਰਾਂਗੇ ਜੀ। ਕਿਉਂਕਿ ਸਾਰੇ ਵੀਰ ਬਹੁਤ ਅੱਛੇ ਕੀਰਤਨੀਏ ਨੇ। ਹੁਣ ਇੱਥੇ ਥੋੜ੍ਹੀ ਥੋੜ੍ਹੀ ਸੁਰ ਦਾ ਜਿਹੜਾ ਫਰਕ ਹੈ ਨਾ, ਉਹ ਵੀ ਗਿਣਤੀ ਵਿੱਚ ਆਏਗਾ। ਬਿਲਕੁਲ ਜੀ। ਇਸੇ ਲਈ ਜਦੋਂ ਕੰਪੀਟੀਸ਼ਨ ਜਦੋਂ ਇਸ ਤਰ੍ਹਾਂ ਅੱਗੇ ਵੱਧਦਾ ਜਾਵੇ, ਸਾਨੂੰ ਹੋਰ ਬਹੁਤ ਖਿਆਲ ਦੀ ਲੋੜ ਹੈ ਜੀ। ਅੱਜ ਤੁਸੀਂ ਸੁਰਾਂ ਬਹੁਤ ਜ਼ਿਆਦੀਆਂ ਫਿੱਕੀਆਂ ਤੇ ਘਟਾ ਕੇ ਲਾਈਆਂ। ਠੀਕ ਹੈ ਜੀ। ਹਾਂਜੀ, ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ ਜੀ। ਠੀਕ। ਗੁਰਦੇਵ ਸਿੰਘ ਜੀ ਤੋਂ ਬਾਅਦ ਮੈਂ ਵਿਕਰਮਜੀਤ ਸਿੰਘ ਨੂੰ ਬੁਲਾਉਣਾ ਚਾਹਾਂਗਾ। ਵਿਕਰਮਜੀਤ ਸਿੰਘ ਜੀ ਨੂੰ ਗੁਜ਼ਾਰਿਸ਼ ਹੈ ਇੱਥੇ ਆਣ। ਵਿਕਰਮਜੀਤ ਸਿੰਘ ਜੀ, ਇਹ ਡਾਢੇ
ਔਖੇ ਵੇਲੇ ਦੀ ਗੱਲ ਹੈ ਕਿ ਇਸ ਫੈਸਲੇ ਸਮੇਂ ਸਾਨੂੰ ਬੜਾ ਕੁਝ ਸੋਚਣਾ ਪੈਂਦਾ। ਜਿਵੇਂ ਸੋਢੀ ਸਾਹਿਬ ਜੀ ਨੇ ਇੱਕ ਬੜੀ ਬਰੀਕ ਗੱਲ ਕਹੀ ਹੈ ਕਿ ਪਹਿਲਾਂ ਕੁਝ ਅਸੀਂ ਗਲਤੀਆਂ ਨੂੰ ਨਜ਼ਰਅੰਦਾਜ਼ ਵੀ ਕਰ ਦਿੰਦੇ ਸੀ, ਲੇਕਿਨ ਜਿਵੇਂ ਜਿਵੇਂ ਤੁਸੀਂ ਅੱਗੇ ਜਾ ਰਹੇ ਹੋ ਤੇ ਉਮੀਦਵਾਰ ਥੋੜ੍ਹੇ ਰਹਿ ਰਹੇ ਨੇ, ਸਾਨੂੰ ਛੋਟੀ ਛੋਟੀ ਗੱਲ ਨੂੰ ਵੀ ਧਿਆਨ 'ਚ ਰੱਖਣਾ ਪਵੇਗਾ। ਕਹਿਣ ਦਾ ਭਾਵ ਕਿ ਵਾਲ ਤੋਂ ਖੱਲ ਵੀ ਉਤਾਰਨੀ ਪਏਗੀ। ਬਿਲਕੁਲ ਜੀ। ਜਿਵੇਂ ਕਿ ਅੱਜ ਮੈਂ ਗੁਰਪ੍ਰੀਤ ਸਿੰਘ ਕੋਲ ਕੁਝ ਸਵਾਲ ਪੁੱਛੇ ਸਨ, ਅਸੀਂ ਅਗਾਂਹ ਨੂੰ ਇਸ ਤਰ੍ਹਾਂ ਵੀ ਕਿਸੇ ਨੂੰ ਪੁੱਛ ਸਕਦੇ ਹਾਂ। ਵਿਕਰਮਜੀਤ ਸਿੰਘ ਜੀ, ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਕਿ ਜਿਸ ਤਰ੍ਹਾਂ ਤੁਸੀਂ ਅੱਜ ਬੜੀ ਅੱਛੀ ਪਰਫਾਰਮੈਂਸ ਵੀ ਦਿੱਤੀ ਹੈ ਅਤੇ ਨਾਲ ਉਨੀ ਵੀਕ ਵੀ, ਇਹ ਨਹੀਂ ਹੋ ਸਕਦਾ ਕਿ ਜਿਵੇਂ ਗੁਰਦੇਵ ਸਿੰਘ ਉਹਨਾਂ ਨੇ ਕਿਹਾ ਨਾ ਕਿ ਇਹ ਜੱਜ ਸਾਹਿਬਾਂ ਨੂੰ ਪਤਾ ਮੈਂ ਬਿਸਤਰਾ ਹੋਇਆ ਕਿ ਨਹੀਂ। ਜਿਹੜਾ ਬੰਦਾ ਕੋਈ ਚੀਜ਼ ਵਸਤੂ ਖਾਂਦਾ ਉਹਨੂੰ ਉਸਦੇ ਸਵਾਦ ਦਾ ਵੀ ਪਤਾ ਹੁੰਦਾ ਹੈ। ਬਿਲਕੁਲ ਜੀ, ਬਿਲਕੁਲ। ਉਹ ਖੁਦ ਜਾਣਦਾ ਹੁੰਦਾ ਕਿ ਮਿੱਠਾ ਹੈ ਕਿ ਕੌੜਾ ਹੈ ਕਿ ਇਹ ਲੂਣ ਵਾਲਾ ਹੈ ਕਿ ਇਹ ਗੱਲ ਨਹੀਂ ਹੋ ਸਕਦੀ। ਮੈਂ ਇਹਦੇ ਨਾਲ ਸਹਿਮਤ ਨਹੀਂ। ਹਰ ਇੱਕ ਬੰਦੇ ਨੂੰ ਪਤਾ, ਮੈਨੂੰ ਆਪਣਾ ਪਤਾ ਕਿ ਮੈਂ ਕੀ ਹਾਂ। ਲੋਕ ਮੈਨੂੰ ਜੋ ਮਰਜ਼ੀ ਕਹਿਣ, ਮੈਨੂੰ ਆਪਣੀ ਅੰਦਰੋਂ ਮੈਨੂੰ ਪਤਾ ਮੇਰੀ ਕੀ ਔਕਾਤ ਹੈ ਜੀ, ਤੇ ਤੁਹਾਨੂੰ ਵੀ ਪਤਾ ਹੈ। ਖਤਰਾ ਬੜਾ ਮੰਡਰਾ ਰਿਹਾ ਹੈ। ਜਿਹੜੀ ਇਹ ਗੱਲ ਹੈ ਮੈਂ ਬਿਲਕੁਲ ਨਹੀਂ ਦੁਹਰਾਵਾਂਗਾ ਜੀ, ਕਿਉਂਕਿ ਮੈਨੂੰ ਆਪਣੀਆਂ ਗਲਤੀਆਂ ਦਾ ਪਤਾ ਲੱਗਾ ਹੈ। ਕੋਈ ਬਿਜਲੀ ਕੜਕ ਰਹੀ ਹੈ ਉੱਤੋਂ, ਹਾਂਜੀ ਹਾਂਜੀ, ਬਿਲਕੁਲ ਤੇ ਪੈਣੀ ਹੈ ਕੋਈ ਪਤਾ ਨਹੀਂ ਜੀ। ਬਿਲਕੁਲ, ਥੋੜਾ ਧਿਆਨ ਨਾਲ ਤੁਸੀਂ। ਸਤਿਵਚਨ ਜੀ। ਜੀ ਬਿਲਕੁਲ। ਤੇ ਸਾਡੇ ਬਾਕੀ ਦੇ 3 ਵੀਰਾਂ ਨੇ ਕੀ ਠੀਕ ਤਰ੍ਹਾਂ ਪਰਫਾਰਮ ਕੀਤਾ ਜਾਂ ਇਹਨਾਂ ਬਾਰੇ ਵੀ ਕੁਝ ਕਹਿਣਾ ਚਾਹੋਗੇ ਤੁਸੀਂ? ਖਾਲਸਾ ਜੀ ਨੇ ਕਹਿ ਦਿੱਤਾ। ਮੈਂ ਸਿਮਰਨਜੀਤ ਸਿੰਘ ਨੂੰ ਸਿਮਰਜੀਤ ਸਿੰਘ ਜੀ ਬੁਲਾਉਣਾ। ਸਿਮਰਜੀਤ ਸਿੰਘ ਜੀ, ਹਾਂਜੀ ਸਿਮਰਨਜੀਤ ਸਿੰਘ ਜੀ, ਆਪ ਜੀ ਨੂੰ ਪਤਾ ਹੈ ਹਾਂਜੀ ਵੀ ਆਪਾਂ ਕਿੱਥੇ ਕਾ ਚੁੱਕੇ ਹਾਂ। ਹਾਂਜੀ। ਅਤੇ ਉਹ ਫਿਰ ਮੈਂ ਦੁਬਾਰਾ ਪਹਿਲਾਂ ਵੀ ਆਖਿਆ, ਹੁਣ ਵੀ ਕਹਿਣਾ ਵੀ ਰਾਗਾਂ ਦੀ ਬੜੀ ਜ਼ਰੂਰਤ ਹੈ। ਹਾਂਜੀ। ਰੀਤਾਂ ਤਾਂ ਹਰ ਬੰਦਾ ਗਾ ਲੈਂਦਾ, ਇੱਥੇ ਜਿਹੜਾ ਮੁਕਾਬਲਾ ਬੜਾ ਟਫ ਹੈ। ਇੱਕ ਤੋਂ ਇੱਕ ਝੜਨਦੀਆਂ ਨੇ ਸਾਰੇ, ਅਤੇ ਜਿਵੇਂ ਜਿਵੇਂ ਮੁਕਾਬਲਾ ਤੁਹਾਡਾ ਸਖਤ ਹੁੰਦਾ ਜਾ ਰਿਹਾ, ਉਵੇਂ ਉਵੇਂ ਜੱਜ ਸਾਹਿਬਾਨ ਵਾਸਤੇ ਬੜੀ ਔਖੀ ਜਿਹੀ ਘੜੀ ਆ ਗਈ ਹੈ। ਪਰ ਫਿਰ ਵੀ ਬੜੀ ਮਿਹਨਤ ਦੀ ਲੋੜ ਹੈ, ਸਖਤ ਮਿਹਨਤ ਦੀ, ਖਾਸ ਤੌਰ 'ਤੇ ਰਾਗ ਵਾਲੇ ਪਾਸੇ ਦੀ। ਜੀ ਖਾਲਸਾ ਜੀ, ਮੇਰੀ ਗੁਜ਼ਾਰਿਸ਼ ਹੈ ਮੇਰੇ ਪਿਆਰੇ ਵੀਰ ਮਨਿੰਦਰ ਸਿੰਘ ਹੁਣਾਂ। ਮਨਿੰਦਰ ਸਿੰਘ ਜੀ, ਜਿਵੇਂ ਕਿ ਹਰ ਐਪੀਸੋਡ ਵਿੱਚ ਭਾਗ ਲੈਣ ਲਈ ਹਰ ਉਮੀਦਵਾਰ ਦੀ ਇਹ ਆਸ ਹੁੰਦੀ ਹੈ ਕਿ ਮੈਂ ਫਾਈਨਲ ਤੱਕ ਪਹੁੰਚਾਂ। ਕੋਈ ਨਹੀਂ ਚਾਹੁੰਦਾ ਕਿ ਮੈਂ ਵਿੱਚੋਂ ਨਿਕਲ ਜਾਵਾਂ, ਕੋਈ ਨਿਕਲਣਾ ਨਹੀਂ ਚਾਹੁੰਦਾ, ਲੇਕਿਨ ਉਹਦੀ ਕੋਈ ਨਾ ਕੋਈ ਜਿਹੜੀ ਵੀਕਨੈਸ ਹੁੰਦੀ ਹੈ ਜਿਹੜੀ ਉਹਨੂੰ ਆਊਟ ਕਰ ਦਿੰਦੀ ਹੈ। ਤੁਹਾਡੀ ਕਮਜ਼ੋਰੀ ਇਹ ਹੈ ਕਿ ਤੁਸੀਂ ਸੁਰੀਲੇ ਹੋ, ਪੇਸ਼ਕਾਰੀ ਅੱਛੀ ਹੈ, ਕਹਿਣ ਦਾ ਬੜਾ ਤਰੀਕਾ ਹੈ, ਪਰ ਜਿਹੜੀ ਚੀਜ਼ ਅਸੀਂ ਗਾਇਨ ਕਰਦੇ ਹਾਂ, ਜਿਸ ਪਿੰਡ ਵਿੱਚ ਰਹਿੰਦੇ ਆ ਉਸ ਪਿੰਡ ਦੇ ਨੰਬਰਦਾਰ ਦਾ ਅਤੇ ਸਰਪੰਚ ਦਾ ਨਾਂ ਤਾਂ ਪਤਾ ਹੋਣਾ ਚਾਹੀਦਾ ਹੈ। ਜਿਸ ਦੇਸ਼ ਵਿੱਚ ਰਹਿੰਦੇ ਉਹਦੇ ਪ੍ਰਾਈਮ ਮਿਨਿਸਟਰ ਦਾ ਨਾਮ ਵੀ ਯਾਦ ਨਾ ਹੋਵੇ ਤਾਂ ਬੜੀ ਮੁਸ਼ਕਿਲ ਹੁੰਦੀ ਹੈ। ਜਿਸ ਘਰ 'ਚ ਰਹੀਏ ਉਹਦਾ ਨੰਬਰ ਵੀ ਨਾ ਯਾਦ ਹੋਵੇ, ਜਿਸ ਗੱਡੀ 'ਚ ਬੈਠੇ ਹੋਏ ਉਹਦਾ ਨੰਬਰ ਵੀ ਨਾ ਯਾਦ ਹੋਵੇ, ਇਹ ਥੋੜ੍ਹੀਆਂ ਗੱਲਾਂ ਤੁਹਾਡੇ 'ਤੇ ਮੰਡਰਾ ਰਹੀਆਂ। ਇਹਨਾਂ ਕਰਕੇ ਤੁਹਾਨੂੰ ਵੀ ਅੱਜ ਡਾਢਾ ਖਤਰਾ ਹੈ। ਜੀ, ਸਾਰੇ 4 ਕੰਟੈਸਟੈਂਟਸ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ 'ਤੇ ਖਤਰਾ ਮੰਡਰਾਉਂਦਾ ਪਿਆ, ਲੇਕਿਨ ਰਿਜ਼ਲਟ ਤੁਸੀਂ ਦੱਸ ਦਿਓ ਛੇਤੀ। ਘੜੀ ਟਿਕ ਟਿਕ ਬੋਲੀ ਜਾਂਦੀ ਹੈ। ਨਿਮੀ ਸਿੰਘ ਜੀ ਹੁਣੀ ਰਿਜ਼ਲਟ ਬਾਰੇ ਜ਼ਿਕਰ ਕਰ ਰਹੇ ਆ। MH1 ਲਈ ਅਤੇ ਖਾਸ ਕਰਕੇ ਸਾਰੇ ਸਟਾਫ ਲਈ, ਸਮੁੱਚਾ ਸਟਾਫ ਜੋ ਮਿਹਨਤ ਕਰ ਰਿਹਾ, ਅਤੇ ਇਹ ਜਿਹੜੇ ਨਚੀਜ਼ ਤੁਸੀਂ ਬਿਠਾਏ ਹੋਏ ਹੈ, ਸਾਡੇ ਇਹ ਸਾਰਾ ਬੜਾ ਔਖਾ ਹੁੰਦਾ ਹੈ, ਕਿਉਂਕਿ ਹਰ ਕੋਈ ਜ਼ਿੰਦਾਬਾਦ ਉਦੋਂ ਤੱਕ ਹੀ ਕਹਿੰਦਾ ਜਦੋਂ ਤੱਕ ਤੁਸੀਂ ਕਿਸੇ ਦੇ ਗੁਣ ਗਾਉਂਦੇ ਹੋ, ਨਹੀਂ ਤਾਂ ਮੁਰਦਾਬਾਦ ਤੇ ਹੁੰਦੀ ਹੈ ਹਮੇਸ਼ਾ। ਜੀ, ਪਰ ਇਹ ਜਿਹੜੇ ਤੁਸੀਂ ਅਸੂਲ ਕਾਇਮ ਕੀਤੇ ਹੈ, ਇਹਨਾਂ ਦੇ ਮੁਤਾਬਕ ਚੱਲਣਾ ਵੀ ਬੜਾ ਜ਼ਰੂਰੀ ਹੈ। ਜੀ ਬਿਲਕੁਲ। ਅੱਜ ਜਿਹੜਾ ਵੀ ਜਾਏਗਾ ਉਹ ਸਮਝ ਲਓ ਕਿ ਸਾਡੇ ਜਿਸਮ ਦਾ ਇੱਕ ਹਿੱਸਾ ਹੈ, ਔਰ ਸਾਨੂੰ ਵੀ ਉਨੀ ਤਕਲੀਫ ਹੋਏਗੀ ਜਿੰਨੀ ਉਹਨਾਂ ਨੂੰ ਹੋਏਗੀ, ਲੇਕਿਨ ਜਾਣਾ ਤੇ ਪਵੇਗਾ ਜੀ, ਕਿਸੇ ਨੇ ਇੱਥੇ ਰਹਿਣਾ ਨਹੀਂ। ਸੋ ਮੈਂ ਭਰੇ ਹੋਏ ਮਨ ਨਾਲ ਇਹ ਗੱਲ ਕਰਾਂਗਾ ਕਿ ਅਕਸਰ ਮੈਨੂੰ ਹੀ ਇਹ ਫੈਸਲਾ ਕਰਨ ਨੂੰ ਕਹਿੰਦੇ ਨੇ, ਅਤੇ ਮੈਂ ਤਾਂ ਸਾਰਿਆਂ ਦੀ ਗੱਲ ਮੰਨ ਹੀ ਲੈਣਾ ਹੈ। ਸਿਮਰਜੀਤ ਸਿੰਘ ਜੀ,
बड़ियां मैनू तेरे तो आसां सन, तो बड़ा बुलंद गाउंदा सां, पर वो दिन आ गया है कि तैनू होर मेहनत करन दा मौका दिता जांदा है। ਤੁਸੀਂ ਡਰਾ ਹੀ ਦਿੱਤਾ ਸੀਗਾ ਇਹਨਾਂ ਨੂੰ। ਮਨਿੰਦਰ ਸਿੰਘ ਜੀ, ਤੁਹਾਡੀ ਜਿਹੜੀ ਉਹ ਗਲਤੀ ਸੀ ਨਾ, ਤੁਸੀਂ ਕਲਾਵਤੀ ਦਾ ਤੁਹਾਨੂੰ ਪੁੱਛਿਆ ਸੀ, ਤੁਹਾਨੂੰ ਉਸ ਬਾਰੇ ਵੀ ਨਹੀਂ ਸੀ ਪਤਾ। ਅੱਜ ਉਹਦੇ ਕਾਰਨ ਤੁਹਾਨੂੰ ਤੁਸੀਂ ਬੜੇ ਵੱਡੇ ਇੱਕ ਇਮਤਿਹਾਨ ਵਿੱਚ ਫਸ ਗਏ ਹੋ, ਲੇਕਿਨ ਤੁਹਾਨੂੰ ਅੱਜ ਰਿਆਇਤੀ ਨੰਬਰ ਦੇ ਕੇ ਰੱਖਿਆ ਜਾਂਦਾ ਹੈ। ਵਿਕਰਮਜੀਤ ਸਿੰਘ ਜੀ, ਅੱਜ ਦੀ ਪਰਫਾਰਮੈਂਸ ਨੇ ਤਾਂ ਸਾਨੂੰ ਜਿੱਥੇ ਖੁਸ਼ ਕੀਤਾ ਸੀ, ਤੁਹਾਡੀ ਅਖੀਰਲੀ ਜਿਹੜੀ ਰੀਤ ਸੀ ਉਹਨੇ ਸਾਨੂੰ ਬੜਾ ਨਿਰਾਸ਼ ਕੀਤਾ। ਪਰ ਤੁਹਾਨੂੰ ਅਸੀਂ ਨਿਰਾਸ਼ ਨਹੀਂ ਕਰ ਰਹੇ ਤੇ ਮੌਕਾ ਦੇ ਰਹੇ ਹਾਂ। ਤੇ ਗੁਰਦੇਵ ਸਿੰਘ ਜੀ, ਸਾਥੋਂ ਤੂੰ ਵਿਛੜ ਰਿਹਾ ਹੈ ਔਰ ਅਸੀਂ ਬਿਲਕੁਲ ਨਹੀਂ ਚਾਹੁੰਦੇ ਸੀ ਤੁਸੀਂ ਵਿਛੜੋ, ਪਰ ਅੱਜ ਬੜੇ ਤਣਾਅ 'ਚ ਤੁਸੀਂ ਸੀਗੇ। ਅਸੀਂ ਜਿਹੜੀ ਇਮਾਨਦਾਰੀ ਹੈ ਉਹਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ। ਸਾਡੇ ਨਾਲ ਸਿੰਘ ਸਾਹਿਬਾਨ ਵੀ ਬੈਠੇ ਨੇ, ਇਹ ਵੀ ਜਵਾਬਦੇਹ ਹੋਣਗੇ ਜੇ ਅਸੀਂ ਕਿਸੇ ਨਾਲ ਕੋਈ ਬਿਨਾਂ ਮਤਲਬ ਅਸੀਂ ਵਧੀਕੀ ਕਰਾਂਗੇ। ਤੇ ਤੁਸੀਂ ਇਹ ਨਹੀਂ ਸਮਝਣਾ ਕਿ ਤੇਰੇ ਨਾਲ ਅਸੀਂ ਵਧੀਕੀ ਕਰ ਰਹੇ ਹਾਂ, ਤੂੰ ਬੜਾ ਅੱਛਾ ਕੀਰਤਨੀਆ ਹੈ ਔਰ ਜੇ ਕਿਤੇ ਸਾਡੀ ਲੋੜ ਹੋਵੇ, MH1 ਦੀ ਲੋੜ ਹੋਵੇ, ਸਟਾਫ ਦੀ ਲੋੜ ਹੋਵੇ, ਸਿੰਘ ਸਾਹਿਬਾਨ ਦੀ ਲੋੜ ਹੋਵੇ, ਅਸੀਂ ਹਰ ਤਰੀਕੇ ਨਾਲ ਤੁਹਾਡੀ ਮਦਦ ਵੀ ਕਰਾਂਗੇ। ਪਰ ਜੋ ਅਸੂਲ ਹੈ ਪ੍ਰਿੰਸੀਪਲ ਤੋਂ ਇੱਧਰ ਉੱਧਰ ਹੋਣਾ ਸਾਡਾ ਦਸਤੂਰ ਨਹੀਂ ਕਿਸੇ ਦਾ ਵੀ। ਤੇ ਅੱਜ ਅਸੀਂ ਤੁਹਾਨੂੰ ਭੇਜ ਕੇ ਖੁਸ਼ ਨਹੀਂ ਹੋ ਰਹੇ, ਬਲਕਿ ਸਾਡੇ ਮਨ ਉਦਾਸ ਤੇ ਚਿਹਰੇ ਗਮਗੀਨ ਨੇ ਤੇ ਬੜੀਆਂ ਭਿੱਜੀਆਂ ਪਲਕਾਂ ਨਾਲ ਅਸੀਂ ਤੁਹਾਨੂੰ ਤੋਰ ਰਹੇ ਹਾਂ। ਤੇ ਪਰ ਇਹ ਆਸ ਰੱਖਦੇ ਹਾਂ ਕਿ ਤੁਸੀਂ ਕੀਰਤਨ ਦੀ ਲਾਈਨ ਵਿੱਚ ਇੰਝ ਹੀ ਜੁਟੇ ਰਹੋ, ਮੰਜ਼ਲਾਂ ਤੁਹਾਡੇ ਸਾਹਵੇਂ ਬਾਹਾਂ ਫੈਲਾ ਕੇ ਖਲੋਤੀਆਂ ਨੇ। जी बिल्कुल जी, बहुत खूब। जिस तरह कि निर्मल सिंह जी ने कहा कि मंजिलां तुहाडे सामने बाहां फैला के खड़ियां ने। मैं निमी सिंह जी एक गल इन्हूं होर पुछना चाहांगा कि की जे असीं तुहानूं आउट कीता है, तुहानूं लगदा जिहड़ी तुहाडी परफॉर्मेंस सी वो बहुत वधिया सी? मेरे नाल दे वीर जिवें कि गुरप्रीत सिंह बहुत वधिया गाउंदे ने, उन्हां दे नाल ਮਨਿੰਦਰ ਸਿੰਘ, ਸਿਮਰਜੀਤ ਸਿੰਘ ਅਤੇ ਮੇਰੇ ਵੀਰ ਬਿਕਰਮਜੀਤ ਸਿੰਘ ਬਹੁਤ ਅੱਛਾ ਗਾਉਂਦੇ ਨੇ, ਮੇਰੇ ਨਾਲੋਂ ਵਧੀਆ ਗਾਉਂਦੇ ਨੇ ਜੀ। ਅਤੇ ਤੁਸੀਂ ਜੋ ਵੀ ਜਜਮੈਂਟ ਕੀਤੀ ਹੈ ਉਹ ਬਹੁਤ ਵਧੀਆ ਹੈ ਔਰ ਮੈਨੂੰ ਬਹੁਤ ਕੁਝ ਸਿੱਖਣ ਵਾਸਤੇ ਮਿਲਿਆ ਹੈ। ਜਿਵੇਂ ਤੁਸੀਂ ਕਿਹਾ ਸੀ ਕਿ ਮੈਂ ਵਿਛੜ ਰਿਹਾ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਡੇ ਤੋਂ ਵਿਛੜ ਰਿਹਾ ਹਾਂ, ਕਿਉਂਕਿ ਮੈਂ ਤੁਹਾਡੇ ਚਰਨਾਂ ਦੇ ਕੋਲ ਰਹਿ ਕੇ ਸਾਰੀ ਜ਼ਿੰਦਗੀ ਬਹੁਤ ਕੁਝ ਸਿੱਖਣਾ ਹੈ ਜੀ। ਬਹੁਤ ਖੂਬ, ਸ਼ਾਬਾਸ਼, ਤੇਰੇ ਵਿਚਾਰਾਂ ਦੀ ਅਸੀਂ ਕਦਰ ਕਰਦੇ ਹਾਂ ਔਰ ਅਸੀਂ ਤੇਰੇ ਨਾਲ ਹਮੇਸ਼ਾ ਖੜੇ ਹਾਂ। ਜਿੱਥੇ ਸਾਡੀ ਲੋੜ ਹੋਈ ਜੀ ਜਾਨ ਨਾਲ ਅਸੀਂ ਤੇਰਾ ਸਾਥ ਦੇਵਾਂਗੇ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਮਾਨਯੋਗ ਜੱਜਸ ਨੇ ਸਾਨੂੰ ਅੱਜ ਦਾ ਰਿਜ਼ਲਟ ਦੱਸ ਦਿੱਤਾ ਹੈ। ਭਰੇ ਹੋਏ ਮਨ ਦੇ ਨਾਲ ਅਸੀਂ ਅੱਜ ਸਾਡੇ ਸਿੰਘ ਵੀਰ, ਸਾਡੇ ਵੀਰ ਗੁਰਦੇਵ ਸਿੰਘ ਜੀ ਨੂੰ ਅਸੀਂ ਫਤਿਹ ਦੀ ਸਾਂਝ ਬੁਲਾਵਾਂਗੇ ਇਹਨਾਂ ਦੇ ਨਾਲ ਮਿਲ ਕੇ, ਕਿਉਂਕਿ ਇਸ ਮੁਕਾਬਲੇ ਦੇ ਵਿੱਚ ਇਹਨਾਂ ਦਾ ਸਾਥ ਬਸ ਅੱਜ ਤੱਕ ਦਾ ਹੀ ਹੈ। ਤੇ ਮਿਲ ਕੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹਾਂਗੀ ਸਾਰੇ ਬਹਿ ਜਾਣ ਜੀ। ਅੱਜ ਅਸੀਂ ਬੜੇ ਭਰੇ ਮਨ ਦੇ ਨਾਲ ਆਪਣੇ ਸਿੰਘ ਵੀਰ ਗੁਰਦੇਵ ਸਿੰਘ ਜੀ ਨੂੰ ਅਲਵਿਦਾ ਕਹਿ ਰਹੇ ਹਾਂ। ਪਰ ਦਰਸ਼ਕੋ, ਮੁਕਾਬਲਾ ਅੱਗੇ ਤੁਰੇਗਾ, ਕਿਉਂਕਿ ਮੁਕਾਬਲੇ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੈ, ਸਾਡਾ ਏਮ ਵੀ ਇਹੀ ਹੈ ਕਿ ਬਿਹਤਰੀਨ ਵਿੱਚੋਂ ਬਿਹਤਰੀਨ ਨੂੰ ਤਲਾਸ਼ ਕੇ ਤੁਹਾਡੇ ਸਾਹਮਣੇ ਲੈ ਕੇ ਆਈਏ। ਤੇ ਇਹ ਤਲਾਸ਼ ਜਾਰੀ ਹੈ ਜੀ। ਅਗਲੇ ਸੈਮੀਫਾਈਨਲ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਆਖਰੀ ਸੈਮੀਫਾਈਨਲਸ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤੇ ਅਗਲਾ ਮੁਕਾਬਲਾ ਇੱਕ ਵਾਰ ਫਿਰ ਹੋਏਗਾ ਸਾਡੀਆਂ 4 ਭੈਣਾਂ ਤੇ 4 ਸਿੰਘ ਵੀਰਾਂ ਵਿਚਕਾਰ। ਮੁਕਾਬਲਾ ਜ਼ਬਰਦਸਤ ਹੋਏਗਾ। ਮੁਕਾਬਲੇ ਦੇ ਵਿੱਚ ਅਸੀਂ ਫਿਰ ਹਾਜ਼ਰ ਹੋਵਾਂਗੇ ਸਾਡੇ ਮਾਨਯੋਗ ਜੱਜਸ ਦੇ ਨਾਲ। ਉਹ ਇਹਨਾਂ ਦੇ ਇੱਕ ਵਾਰ ਫਿਰ ਇੱਥੇ ਆ ਕੇ ਪਰਖ ਕਰਨਗੇ। ਉਦੋਂ ਤੱਕ ਪਰਖ ਜਾਰੀ ਰਹੇਗੀ ਜਦ ਤੱਕ ਸਾਨੂੰ ਸਾਡੇ ਫਾਈਨਲਿਸਟ ਨਹੀਂ ਮਿਲ ਜਾਣਗੇ। ਤੇ ਅਗਲੇ ਐਪੀਸੋਡ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਕਰਾਂਗੇ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।